ਜਿੱਥੇ ਕਮਾ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ, ਨਿਹਾਲ ਹੋ ਸਕਦੇ ਹਾਂ। ਮਹੀਨਾਵਾਰੀ ਸਮਾਗਮ ਜੋ ਕਾਫੀ ਲੰਬੇ ਸਮੇਂ ਤੋਂ ਆਪਾਂ ਲਗਾਤਾਰ ਕਰਦੇ ਆ ਰਹੇ ਹਾਂ, ਸੰਗਰਾਮ ਦੇ ਦਿਹਾੜੇ ਨੂੰ ਸਮਰਪਿਤ, ਤੇ ਨਾਲ ਨਾਲ ਅੱਜ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਉਸ ਨੂੰ ਸਮਝਣ ਦੇ ਵਾਸਤੇ ਆਓ ਥੋੜਾ ਸਮਾਂ ਆਪਾਂ ਵਿਚਾਰ ਕਰਦੇ ਹਾਂ। ਕੋਸ਼ਿਸ਼ ਕਰਨੀ ਹੈ ਕਿ ਆਪਾਂ ਇਸ ਨੂੰ ਮਨ ਕਰਕੇ ਸਮਝਣਾ ਹੈ, ਕਿਉਂਕਿ ਜੋ ਗੁਰਬਾਣੀ ਹੈ ਇਹ ਸਾਡੇ ਮਨ ਦੀ ਗੱਲ ਹੈ, ਜੋਤ ਦੀ ਗੱਲ ਹੈ, ਨੂਰ ਦੀ ਗੱਲ ਹੈ, ਜੋ ਸਾਰਿਆਂ ਦੇ ਵਿੱਚ ਇੱਕ ਹੀ ਹੈ, ਇੱਕ ਹੀ ਅਕਾਲ ਦੀ ਜੋਤ ਹੈ। ਤੇ ਕਿਵੇਂ ਸੰਸਾਰ ਦੇ ਵਿੱਚ ਉਸ ਨੂੰ ਭੁੱਲੇ ਸੀ, ਸਮੇਂ ਸਮੇਂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਹਰੀ, ਰਾਮ, ਅੱਲਾ, ਗੋਡ, ਉਸਨੇ ਆਪਣੇ ਪਿਆਰਿਆਂ ਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਤੇ ਆਪਣਾ ਉਪਦੇਸ਼ ਸਾਡੇ ਕਲਯੁਗੀ ਜੀਵਾਂ ਲੋਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਜੀਵ ਸਮਝ ਨਾ ਸਕੇ ਤੇ ਆਪਣੀ ਮੱਤ ਨੂੰ ਛੱਡ ਕੇ ਉਹਨਾਂ ਦੀ ਮੱਤ ਨੂੰ ਅਪਣਾ ਨਹੀਂ ਸਕੇ। ਸੋ ਸਾਨੂੰ ਸਮਝਾਇਆ ਹੈ ਕਿ ਜਦੋਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਦਾ ਹੈ, ਕਿਸੇ ਜੀਵ ਦੇ ਅੰਦਰ ਵੈਰਾਗ ਪੈਦਾ ਕਰਦਾ ਹੈ, ਤੇ ਫਿਰ ਉਸ ਨੂੰ ਇਸ ਸੰਸਾਰ ਦੇ ਵਿੱਚ ਔਗਣਾ ਤੋਂ ਹਟਾ ਕੇ ਗੁਣਾਂ ਦਾ ਧਾਰਨੀ ਬਣਾਉਂਦਾ ਹੈ, ਆਪਣੇ ਯੋਗ ਬਣਾਉਂਦਾ ਹੈ, ਫਿਰ ਆਪਣਾ ਗਿਆਨ ਬਖਸ਼ਿਸ਼ ਕਰਦਾ ਹੈ, ਆਪਾ ਜਨਾਉਂਦਾ ਹੈ, ਫਿਰ ਉਹਨਾਂ ਦੁਆਰਾ ਸੰਸਾਰ ਨੂੰ ਉਪਦੇਸ਼ ਦਿੰਦਾ ਹੈ। ਏਦਾਂ ਹੀ ਮਹਾਰਾਜ ਸਮਝਾਉਂਦੇ ਨੇ, ਜੋ ਮੱਘਰ ਦਾ ਮਹੀਨਾ ਹੈ ਕਿ ਕਿਵੇਂ ਆਪਣੇ ਭਗਤਾਂ ਨੂੰ, ਜਿਨ੍ਹਾਂ ਨੂੰ ਸਾਧੂ ਜਨ ਕਹਿ ਦਿੱਤਾ ਹੈ, ਸਮੇਂ ਸਮੇਂ ਤੇ ਹਰ ਇੱਕ ਭਾਸ਼ਾ ਦੇ ਵਿੱਚ ਉਹਨਾਂ ਦੇ ਵੱਖਰੇ ਵੱਖਰੇ ਨਾਮ ਦਿੱਤੇ ਗਏ ਹਨ। ਗੁਰਬਾਣੀ ਦੇ ਵਿੱਚ ਸਾਧੂ ਜਨ ਦੀ ਗੱਲ ਹੈ, ਸਾਧੂ ਦਾ ਨਾਮ ਦਿੱਤਾ ਹੈ ਕਿ ਪਰਮੇਸ਼ਰ ਕਿਸੇ ਨੂੰ ਜਨਾ ਕੇ ਆਪਣੀ ਸੇਵਾ ਦੇ ਵਿੱਚ ਲਾਉਂਦਾ ਹੈ, ਆਪਣੇ ਉਪਦੇਸ਼ ਨੂੰ ਸੰਸਾਰ ਤੱਕ ਪਹੁੰਚਾਉਂਦਾ ਹੈ। ਉਹਨਾਂ ਸਾਧੂ ਜਨਾਂ ਦੁਆਰਾ ਫਿਰ ਸੰਸਾਰ ਉਸ ਦਾ ਗਿਆਨ ਲੈਂਦਾ ਹੈ, ਤੇ ਜਦੋਂ ਗਿਆਨ ਲੈਂਦਾ ਹੈ, ਚੱਲਦਾ ਹੈ, ਜੀਵ ਪ੍ਰਭੂ ਦਾ ਸੰਗ ਹੋ ਜਾਂਦਾ ਹੈ। ਫਿਰ ਉਸ ਦੇ ਵਾਸਤੇ ਜੋ ਇਹ ਮੱਘਰ ਦਾ ਮਹੀਨਾ ਹੁਣ ਸੰਗਰਾਂਦ ਆਉਣੀ ਹੈ, ਕੱਤਕ ਤੋਂ ਬਾਅਦ ਕੱਤਕ ਦੇ ਕਰਮਾਂ ਅਨੁਸਾਰ ਹੀ ਫਿਰ ਜਿਹੋ ਜਿਹੇ ਜੀਵ ਕਰਮ ਕਰਦਾ ਹੈ ਉਹ ਜਿਹਾ ਉਸ ਨੂੰ ਮਿਲਾਪ ਹੁੰਦਾ ਹੈ। ਜੋ ਮਾੜੇ ਕਰਮ ਕਰਦਾ ਹੈ ਉਸ ਨੂੰ ਵਿਛੋੜਾ ਰਹਿੰਦਾ ਹੈ, ਜੋ ਚੰਗੇ ਕਰਮ ਕਰਦਾ ਹੈ ਉਹ ਪਰਮੇਸ਼ਰ ਨਾਲ ਮਿਲਾਪ ਕਰ ਲੈਂਦਾ ਹੈ, ਕਿਉਂਕਿ ਦੋਸ਼ ਕਿਸੇ ਦਾ ਨਹੀਂ ਹੁੰਦਾ, ਆਪਣਾ ਹੈ। ਕੱਤਕ ਦੇ ਵਿੱਚ ਸਾਧ ਸੰਗ ਹੋ ਗਏ, ਕੱਤਕ ਹੋ ਗਏ ਸਾਧ ਸੰਗ, ਬਿਨ ਸਹਿ ਸਦੈ ਸੋਚ। ਫਿਰ ਕੀ ਹੁੰਦਾ, ਮਹਾਰਾਜ ਸਮਝਾਉਂਦੇ ਨੇ, ਮੱਘਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਹਰੀ ਪਰਮੇਸ਼ਰ ਨਿਰੰਕਾਰ ਜੋ ਸਰਬ ਵਿਆਪੀ ਹੈ, ਜੋ ਆਦਿ ਤੋਂ ਹੈ, ਜਿਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਜੋ ਆਪਣੇ ਆਪ ਹੀ ਹੋਂਦ ਵਿੱਚ ਆਇਆ ਹੈ, ਜੋ ਹਰ ਥਾਂ ਤੇ ਹੈ, ਤੇ ਉਸ ਨੂੰ ਆਪਣਾ ਸੰਗੀ ਬਣਾ ਲੈਂਦਾ, ਭਾਵ ਉਸ ਨੂੰ ਪ੍ਰਗਟ ਹੋ ਜਾਂਦਾ ਹੈ, ਜੋ ਗੁਪਤ ਹੈ ਪ੍ਰਗਟ ਹੋ ਜਾਂਦਾ ਹੈ।
ਤੇ ਫਿਰ ਅਸੀਂ ਉਸ ਦੇ ਸੰਗੀ ਹੋ ਜਾਂਦੇ ਹਾਂ, ਸਦਾ ਸੰਗ ਹੀ ਬੈਠਦੇ ਹਾਂ। ਫਿਰ ਸਾਡੇ ਵਾਸਤੇ ਮਕਰ ਦਾ ਮਹੀਨਾ ਹੈ। ਜਿਵੇਂ ਆਪਾਂ ਦੇਖਿਆ ਹੁਣ ਗਰਮੀ ਬੀਤ ਚੁੱਕੀ ਹੈ, ਮੌਸਮ ਵਧੀਆ ਸੁਹਾਵਣਾ, ਨਾ ਗਰਮੀ ਹੈ ਨਾ ਠੰਡ ਹੈ। ਇੱਦਾਂ ਹੀ ਮਨ ਸਾਡਾ ਸ਼ਾਂਤ ਹੁੰਦਾ ਹੈ, ਨਾ ਨਫ਼ਰਤ, ਨਾ ਵੈਰ ਵਿਰੋਧ, ਨਾ ਚਿੰਤਾ, ਇਸ ਤੋਂ ਨਿਰਲੇਪ ਹੋ ਜਾਂਦਾ ਹੈ। ਫਿਰ ਮੱਘਰ ਦਾ ਮਹੀਨਾ ਹੈ। ਤਿੰਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਜਿਨ੍ਹਾਂ ਨੂੰ ਸਾਹਿਬ ਮਿਲ ਲੈਂਦਾ ਹੈ ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜਿਸ ਤੇ ਆਪ ਹੀ ਦਇਆ ਕਰਦਾ ਹੈ, ਜਿਸ ਨੂੰ ਆਪ ਹੀ ਮਿਲਾ ਲੈਂਦਾ ਹੈ, ਉੱਥੇ ਆਪਾਂ ਕੁਛ ਕਹਿ ਹੀ ਨਹੀਂ ਸਕਦੇ। ਤਨ ਮਨ ਮੋਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਸਾਧੂ ਦਾ ਸੰਗ ਕਰਕੇ ਜੋ ਵੀ ਜੀਵ ਸਹੇਲੜੀਆਂ ਇਕੱਠੀਆਂ, ਸਾਰੇ ਸਹੇਲੜੀਆਂ, ਕਿਉਂਕਿ ਸਾਨੂੰ ਸਾਰਿਆਂ ਨੂੰ ਕਾਮਨ ਨਾਰ ਕਹਿ ਕੇ ਉਸ ਨੂੰ ਪਰਮੇਸ਼ਰ ਨੂੰ ਪੁਰਖ ਕਿਹਾ ਹੈ ਸਮਝਾਉਣ ਦੇ ਵਾਸਤੇ, ਸਿਰਫ ਕਿਉਂਕਿ ਉਹ ਨਿਰੰਕਾਰ ਰੂਪ ਹੈ, ਉਹ ਅਕਾਲ ਰੂਪ ਹੈ। ਲੇਕਿਨ ਸੰਸਾਰਿਕ ਉਦਾਹਰਨ ਦੇਣ ਦੇ ਵਾਸਤੇ, ਜਿਵੇਂ ਨਾਰੀ ਤੇ ਪੁਰਖ ਦਾ ਖੇਲ ਹੈ, ਪ੍ਰੇਮ ਦੀ ਗੱਲ ਕੀਤੀ ਹੈ, ਇੱਦਾਂ ਹੀ ਪਰਮੇਸ਼ਰ ਨੂੰ ਜੋ ਪ੍ਰੇਮ ਪਾਉਂਦਾ ਹੈ, ਕਿਉਂਕਿ ਪ੍ਰੇਮ ਦੇ ਨਾਲ ਹੀ ਉਹ ਪਾਇਆ ਜਾਂਦਾ ਹੈ। ਤੇ ਸਾਨੂੰ ਨਾਰੀ ਕਹਿ ਦਿੱਤਾ, ਉਸ ਨੂੰ ਪੁਰਖ ਕਹਿ ਦਿੱਤਾ ਹੈ, ਇਸ ਕਰਕੇ ਸਹੇਲੀ ਕਹਿ ਦਿੱਤਾ ਹੈ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਏਕੇ ਲੜੀਆਂ। ਪਰ ਜਿਹੜੇ ਸਾਧੂ ਜਨਾਂ ਦਾ ਸੰਗ ਨਹੀਂ ਕਰਦੇ, ਜਿਨ੍ਹਾਂ ਨੂੰ ਆਪ ਪ੍ਰਭੂ ਨੇ ਮਿਲਿਆ ਹੈ, ਉਹਨਾਂ ਤੋਂ ਬਾਹਰੇ ਰਹਿੰਦੇ ਹਾਂ, ਉਹ ਫਿਰ ਉਸ ਦੇ ਨਾਲ ਮਿਲਾਪ ਨਹੀਂ ਕਰ ਸਕਦੇ, ਉਹ ਇਕੱਲੇ ਰਹਿ ਸਕਦੇ ਹਾਂ, ਪ੍ਰਭੂ ਦਾ ਸੰਗ ਨਹੀਂ ਹੋ ਸਕਦਾ। ਤਿੰਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੇ ਵਸ ਪੜੀਆਂ। ਤੇ ਉਹਨਾਂ ਦਾ ਫਿਰ ਕਦੇ ਦੁੱਖ ਨਹੀਂ ਉਤਰਦਾ, ਜਨਮ ਦਾ ਜਮਾ ਦੇ ਵਸ ਪੈ ਜਾਂਦੇ ਹਨ। ਜਿਨਨੇ ਰਾਵਿਆ ਪ੍ਰਭੂ ਆਪਣਾ, ਸੇ ਦਿਸਣ ਨਿਤ ਕਰੀਆ। ਤੇ ਜਿਨ੍ਹਾਂ ਨੇ ਪ੍ਰਭੂ ਨੂੰ ਰਾਵਿਆ ਹੈ, ਆਪਣੇ ਪਿਆਰੇ ਨੂੰ ਰਾਵ ਲਿਆ ਹੈ, ਉਹ ਫਿਰ ਉਸ ਦੇ ਵਿੱਚ ਹੀ ਵਸਦੇ ਨੇ, ਉਸ ਦੇ ਵਿੱਚ ਬਸਕ ਹੁੰਦਾ ਹੈ, ਉਸ ਵਿੱਚ ਖੜਦੇ ਨੇ, ਉਸ ਦੀਆਂ ਗੱਲਾਂ ਕਰਦੇ ਨੇ, ਉਸ ਦੀਆਂ ਵਿਚਾਰਾਂ ਕਰਦੇ ਨੇ। ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜੀਆਂ। ਕਹਿੰਦੇ ਜਿਵੇਂ ਸੁਹਾਗਣ ਨੂੰ ਸਹੁਰਾ ਪਰਿਵਾਰ ਸ਼ਿੰਗਾਰ ਕਰਵਾਉਂਦਾ ਹੈ, ਹਾਰ ਪਾ ਦਿੰਦਾ ਹੈ, ਗਹਿਣੇ ਪਾਉਂਦਾ ਹੈ, ਐਦਾ ਪਰਮੇਸ਼ਰ ਗੁਣਾਂ ਦੇ ਹਾਰ ਉਹਨਾਂ ਨੂੰ ਪਾ ਦਿੰਦਾ ਹੈ। ਨਾਨਕ ਬਾਦਸ਼ਾਹ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਐਸੇ ਜਨਾਂ ਦੇ ਬਚਨਾਂ ਨੂੰ ਧੂੜੀ ਕੀ ਹੈ? ਬਚਨ, ਗਿਆਨ, ਉਪਦੇਸ਼, ਉਹਨੂੰ ਵਾਸਨਾ ਹੈ ਜਿਹੜੇ ਉਸ ਪ੍ਰਭੂ ਦੇ ਸਰਨੀ ਪੈ ਗਏ ਹਨ। ਮਗਰ ਪ੍ਰਭੂ ਆਰਾਧਨਾ ਫਿਰ ਬਹੁੜ ਨਾ ਜਨਮ। ਤੇ ਜਦੋਂ ਅਸੀਂ ਪ੍ਰਭੂ ਨੂੰ ਆਰਾਧਦੇ ਹਾਂ, ਜਨਮ ਮਰਨ ਤੋਂ ਖਤਮ ਹੋ ਜਾਂਦਾ ਹੈ। ਫਿਰ ਮੱਘਰ ਦਾ ਮਹੀਨਾ ਆਪਣੇ ਘਰ ਦੇ ਵਿੱਚ ਬਸ ਜਾਣਾ, ਜਿੱਥੇ ਪ੍ਰਭੂ ਦਾ ਵਾਸਾ ਹੈ, ਕਿਉਂਕਿ ਦੂਰੀ ਕਿੰਨੀ ਹੈ, ਹਉਮੈ ਕਰਕੇ ਦੂਰੀ ਹੈ, ਭਰਮ ਦੇ ਕਰਕੇ ਦੂਰੀ ਹੈ, ਨਹੀਂ ਤਾਂ ਆਪਾਂ ਉਸ ਵਿੱਚ ਵਸਦੇ, ਉਹ ਸਾਡੇ 'ਚ ਵਸਦਾ ਹੈ, ਕਿਉਂਕਿ ਦੂਜਾ ਇੱਥੇ ਹੈ ਹੀ ਕੋਈ ਨਹੀਂ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰਾ ਕੋਈ, ਦੂਜਾ ਹੈ ਕੋਈ ਨਹੀਂ ਹੈ। ਪਰ ਜਦ ਤੱਕ ਖੁਦ ਅਸੀਂ ਆਪਣੇ ਆਪ ਨੂੰ ਜਾਣ ਨਹੀਂ ਲੈਂਦੇ ਕਿ ਅਸੀਂ ਕੌਣ ਹਾਂ, ਅਸੀਂ ਤਾਂ ਉਸ ਮਾਲਕ ਦੀ ਅੰਸ਼ ਹਾਂ, ਉਨੀ ਦੇਰ ਸਾਡੀ ਦੂਰੀ ਹੈ। ਜਦੋਂ ਸਾਡਾ ਮਨ ਪਵਿੱਤਰ ਹੋ ਜਾਂਦਾ ਹੈ, ਫਿਰ ਸਾਡੇ ਵਾਸਤੇ ਦੂਜਾ ਕੋਈ ਹੈ ਹੀ ਨਹੀਂ ਹੈ। ਸੋ ਏਦਾਂ ਹੀ ਜਦੋਂ ਸੰਸਾਰ ਦੇ ਵਿੱਚ ਅਗਿਆਨਤਾ, ਅੰਧੇਰਾ, ਕਿਉਂਕਿ ਬਹੁਤ ਕਲਯੁਗ ਦੇ ਵਿੱਚ ਬਹੁਤ ਹੀ ਪੀਰ ਪੈਗੰਬਰ ਆਏ ਨੇ। ਜਦੋਂ ਤੋਂ ਕਲਯੁਗ ਸ਼ੁਰੂ ਹੋਇਆ ਹੈ, ਸਾਡੇ ਭਲੇ ਦੇ ਵਾਸਤੇ ਉਸ ਕਾਲ ਪੁਰਖ ਨੇ ਪਤਾ ਨਹੀਂ ਕਿੰਨੇ ਅਣਗਿਣਤ ਪੀਰ ਪੈਗੰਬਰਾਂ ਨੂੰ ਭੇਜਿਆ ਹੈ, ਮਹਾਤਮਾ ਨੂੰ ਭੇਜਿਆ ਹੈ, ਜਿਨ੍ਹਾਂ ਦੇ ਨਾਮ ਕਿਸੇ ਭਾਸ਼ਾ ਦੇ ਵਿੱਚ ਮਹਾਤਮਾ ਕਹਿ ਦਿੱਤਾ ਹੈ, ਕਿਸੇ 'ਚ ਵੀਰ ਕਹਿ ਦਿੱਤਾ ਹੈ, ਕਿਸੇ ਵਿੱਚ ਪੈਗੰਬਰ ਕਹਿ ਦਿੱਤਾ ਹੈ, ਕਿਸੇ ਵਿੱਚ ਸਾਧੂ ਕਹਿ ਦਿੱਤਾ ਹੈ।
उस अकाल पुरख के वलों जलाया गया है। पर कुछ समय तो बाद ही, क्योंकि जिहड़ा काल है, शैतान है, ये शुरू तो ही बड़ा इसका बोलबाला रहा है, इस पहला तो ही प्रधान रहा। इस करके थोड़े समय तो बाद जीवा नूं भुला देंदा है, भरम दे विच पा देंदा है, अपना खेल चला लेंदा है। ते असी जीव उपदेश नूं ना पढ़दे नहीं, लेकिन असी सिर्फ अगे ते अगे सुन लेंदे हाँ, जद कि सानूं जो भी आया वो सानूं संदेशा लिखती रूप दे विच दे के गया है, जो साडे कोल मौजूद ने। असी उस नूं नहीं पढ़ते, असी अगे ते अगे सुनते रहते हाँ। इस करके असी भरम दे विच पै जाते हाँ। परमेश्वर फिर भेजदा है, कुछ लोग जागरूक होंदे ने, उसनूं सुनते ने, मनते ने, ते ज़्यादातर लोग ने जिहड़े, क्योंकि जदों भी कोई आउंदा है उसकी पहचान नहीं करते, बाद दे विच उसदे नाम ते धंधा चलदा है, उसदे नाम ते पखंड करते हैं। कोई भी आया, जदों आपां देखांगे, किसी भी धर्म ग्रंथ नूं पढ़ के देखिए, किसी ने उन्हां दी नहीं सुनी। मूर्ख आखदे रहे कि तुसीं मूर्ख हो, असीं तुहाडीआं गल्लां किवें मन लईए, असीं तां ओह करांगे जिहड़े साडे पिओ दादे करदे आए हन। सो इस तरीके दे नाल फिर समा आया कि इन्ना अज्ञानता का अंधेरा हो चुकिया सी कि फिर गुरु नानक साहब का संसार विच प्रगटन का समा आया। क्यों आया गुरु नानक? ते जे असीं गुरबाणी पढ़ते हाँ, महाराज समझाउंदे ने कि परमेश्वर आप ही अपने जनां द्वारा प्रगट होता है कि होर संसार जिहड़ा है होर तमोगुण विच ना चले जावे, भाव होर वैर विरोध नफरत दे विच ना चले जावे, उस वास्ते फिर प्रगट होता है। जग और न जाए महातम में आण अजागर प्रकाश कियो। होर तम हुंदा है वैर विरोध नफरत अज्ञानता, फिर परमेश्वर आके प्रगट हो जाता है, प्रकाश हो जाता है, जो पट्टा दी बाणी दे विच है। ते भाई गुरदास जी गुरु नानक दे आउण दा कारण दसदे ने कि क्यों गुरु नानक संसार दे विच प्रगट होया। सुनी पुकार दातार प्रभ गुरु नानक जग माहे बैठाया। क्योंकि पुकार कर रही सी दुनिया, वो लोग ਜਿਹੜੇ ਚਾਹੁੰਦੇ ਸੀ ਕਿ ਸੰਸਾਰ ਦੇ ਵਿੱਚ ਪ੍ਰੇਮ ਹੋਵੇ, ਸ਼ਾਂਤੀ ਹੋਵੇ, ਹਰ ਇੱਕ ਜੀਵ ਸੰਸਾਰ ਦੇ ਵਿੱਚ ਆਪਣਾ ਸੁਖੀ ਜੀਵਨ ਬਤੀਤ ਕਰੇ, तो फिर परमेश्वर दे अगे बेनती करते, अरदास करते, ते परमेश्वर ने अरदास सुन के फिर गुरु नानक नूं संसार दे विच प्रगट किया। दो चीज़ां हुंदियां ने, एक हुंदा है जन्म लेना। जन्म संसार दे विच की है कि एक बच्चा जन्म लैंदा है। बच्चा जदों आउंदा है उसनूं कोई ज्ञान नहीं हुंदा, उस तो बाद फिर उसनूं जनाउंदा है परमेश्वर, फिर उस द्वारा अपना जदों ज्ञान देंदा है फिर वो संसार दे विच प्रगट हो जाता है। जिवें गुरु नानक साहब जी दे आपां जदों जन्म बारे पढ़ते हाँ, जो इतिहास पढ़ते हाँ कि 1469 ईस्वी दे विच 15 अप्रैल नूं गुरु नानक साहब जी का जन्म होया। लेकिन जिहड़ा उन्हां दा प्रगट दिहाड़ा है, प्रकाश दिहाड़ा है, वो कत्तक दे महीने दे विच पूर्णमासी दा मनाया जाता है। बेशक इस साल दे विच संग्रांत बस कत्तक दे विच ही पूर्णमासी है, उसनूं कई बारी मकर च चले जाती है, समय के अनुसार चलता है, क्योंकि होर त्यौहार भी नाल नाल चलते ने। ते अगे पढ़े भी करते सी कत्तक दी पूर्णमासी मेला ननकाणे दा। तो मेला लग्या सी ननकाणा साहब दे विच, ते जिथे गुरु नानक साहब जी ने फिर उस अकाल पुरख का संदेशा देना शुरू किया। ते उदों फिर
ਜੀਵਾਂ ਜੋ ਮੇਲੇ 'ਚ ਆਉਂਦੇ ਸੀ ਉਹਨਾਂ ਸੁਣਿਆ, ਬਚਨਾਂ ਨੂੰ ਸੁਣਿਆ ਤੇ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ ਕਿ ਕੋਈ ਹੋਰ ਵੀ ਉਸ ਪਰਮੇਸ਼ਰ ਦਾ, ਉਸ ਅੱਲਾ ਦਾ ਕੋਈ ਫਕੀਰ ਹੈ ਜਿਹੜਾ ਉਸ ਦਾ ਗੱਲਾਂ ਬਾਤਾਂ ਸੁਣਾਉਂਦਾ ਹੈ। ਫਿਰ ਇੱਦਾਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਕਿਉਂਕਿ ਪ੍ਰਗਟ ਹੋਣਾ ਬੜਾ ਔਖਾ ਹੈ, ਗਿਆਨ ਹੋ ਜਾਣਾ ਸੌਖਾ ਹੈ। ਲੋਕਾਂ को ਦੱਸਣਾ, ਕਿਉਂਕਿ ਸੰਸਾਰ ਉਲਟ ਚੱਲਦਾ ਹੈ, ਉਸ ਨੂੰ ਮੋੜ ਕੇ ਦੂਜੇ ਪਾਸੇ ਪਾਉਣਾ ਬੜਾ ਔਖਾ ਹੈ। ਗੁਰੂ ਸਾਹਿਬ ਜੀ ਨੇ ਬੜੀ ਜੁਗਤੀਆਂ ਵਰਤੀਆਂ ਨੇ, ਜਿਵੇਂ ਅਸੀਂ ਸੁਣਦੇ ਹਾਂ ਕਿ ਮੇਲੇ ਤੇ ਲੋਕ ਸੂਰਜ ਨੂੰ ਪਾਣੀ ਦੇ ਰਹੇ ਸੀ, ਗੁਰੂ ਨਾਨਕ ਸਾਹਿਬ ਜੀ ਨੇ ਸ਼ਿਵਦੇ ਨੂੰ ਉਹ ਚੜ੍ਹਦੇ ਨੂੰ ਪਾਣੀ ਦਿੰਦੇ ਸੀ, ਗੁਰੂ ਨਾਨਕ ਸਾਹਿਬ ਨੇ ਸ਼ਿਵਦੇ ਨੂੰ ਪਾਣੀ ਦੇਣਾ ਸ਼ੁਰੂ ਕੀਤਾ ਉਪਦੇਸ਼ ਦੇਣ ਦੇ ਵਾਸਤੇ, ਕਿਉਂਕਿ ਤਾਂ ਹੀ ਕੋਈ ਸੁਣੇਗਾ। ਸੋ ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਉਪਦੇਸ਼ ਕਿਸ ਦਾ ਦੇਣਾ ਸੀ? ਉਸ ਇੱਕ ਦਾ, ਅਕਾਲ ਪੁਰਖ ਦਾ। ਤੇ ਇੱਦਾਂ ਫਿਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਿਆ ਸੰਸਾਰ ਦੇ ਵਿੱਚ, ਕਿਉਂ ਆਇਆ? ਕਲ ਤਾਰਨ ਗੁਰੂ ਨਾਨਕ ਆਇਆ। ਕਲ ਯੁੱਗ ਦੇ ਵਿੱਚ ਜੀਵਾਂ ਨੂੰ ਤਾਰਨ ਵਾਸਤੇ, ਭਾਵ ਕਲ ਯੁੱਗ ਦੇ ਵਿੱਚੋਂ ਕੱਢਣ ਦੇ ਵਾਸਤੇ। ਸਤਯੁਗ ਤੋਂ ਅਸੀਂ ਖਿਸਕਦੇ ਤ੍ਰੇਤਾ ਯੁੱਗ, ਦੁਆਪਰ ਯੁੱਗ, ਕਲਯੁੱਗ। ਕਲਯੁੱਗ ਦੇ ਵਿੱਚ ਇੱਕ ਪੈਰ ਤੇ ਹੀ ਖੜਾ ਹੈ, 3 ਪੈਰ ਉੱਠ ਚੁੱਕੇ ਨੇ, 4 ਪੈਰ ਸੀ ਧਰਮ ਦੇ ਤੇ 3 ਝੁਕ ਗਏ, ਇੱਕ ਤੇ ਖੜਾ ਹੈ। ਇੱਕ ਤੇ ਖੜੇ ਨੂੰ ਕੋਈ ਕਿੱਧਰ ਨੂੰ ਵੀ ਸਿਰ ਸਕਦਾ ਹੈ। ਇਸ ਕਰਕੇ ਕਲਯੁੱਗ ਚੋਂ ਫਿਰ ਕੱਢ ਕੇ ਫਿਰ ਸਾਨੂੰ ਕਿੱਧਰ ਲੈ ਕੇ ਜਾਣਾ ਹੈ? ਦੁਆਪਰ, ਤ੍ਰੇਤਾ, ਸਤਯੁਗ ਹੈ, ਜਿੱਥੇ ਸਾਨੂੰ ਪਰਮੇਸ਼ਰ ਨੇ ਸ਼ੁਰੂ ਦੇ ਵਿੱਚ ਪੈਦਾ ਕੀਤਾ ਸੀ। ਜਿਹੜਾ ਜਿਹਾ ਸਾਨੂੰ ਸ਼ੁਰੂ 'ਚ ਬਣਾਇਆ ਸੀ, ਉਸੇ ਰੂਪ 'ਚ ਪਰਮੇਸ਼ਰ ਫਿਰ ਸਾਨੂੰ ਦੁਬਾਰਾ ਪੈਦਾ ਕਰ ਸਕਦਾ ਹੈ, ਕਿਉਂਕਿ ਉਹ ਸਮਰੱਥ ਹੈ। ਉਹੀ ਸਾਨੂੰ ਕਿਹਾ ਹੈ ਸਭ ਧਰਮ ਗ੍ਰੰਥ, ਉਹੀ ਕਹਿੰਦੇ ਨੇ ਕਿ ਉਸ ਰੂਪ 'ਚ ਆਪਾਂ ਫਿਰ ਜਾਣਾ ਹੈ। ਉਸ ਸਾਨੂੰ ਪੈਦਾ ਕਰ ਸਕਦਾ ਜਿਸ ਰੂਪ 'ਚ ਪੈਦਾ ਕੀਤਾ ਸੀ, ਪਰ ਉਹੀ ਕਰ ਸਕਦਾ, ਦੂਜਾ ਕੋਈ ਨਹੀਂ ਸਮਰੱਥ ਹੈ। ਤੇ ਉਹਨਾਂ ਫਿਰ ਗੁਰਸਿੱਖਾਂ ਨੂੰ ਚਰਨ ਧੋਏ ਰਹਿ ਰਾਸ ਕਰ, ਚਰਨ ਅੰਮ੍ਰਿਤ ਸਿੱਖਾਂ ਪਿਲਾਇਆ। ਹੁਣ ਚਰਨ ਜਿਹੜੇ ਕਹਿ ਦਿੰਦੇ, ਪੈਰਾਂ ਨੂੰ ਕਹਿ ਦਿੰਦੇ, ਜੋ ਸਾਡੀ ਭਾਸ਼ਾ ਦੇ ਵਿੱਚ ਚਰਨ ਪੈਰ ਨੇ, ਕਿ ਪੈਰਾਂ ਨੂੰ ਧੋ ਕੇ ਪਿਲਾ ਦਿੱਤਾ। ਪੈਰਾਂ ਨੂੰ ਧੋ ਕੇ ਪਿਲਾਉਣ ਦੇ ਨਾਲ ਕੀ ਹੋ ਸਕਦਾ ਹੈ? ਗੁਰਬਾਣੀ ਅਨੁਸਾਰ ਜਿਹੜੇ ਚਰਨ ਨੇ ਉਹ ਹੁੰਦੇ ਨੇ ਬਚਨ, ਚਰਨ ਧੂੜ ਬਚਨ। ਕਿ ਗੁਰੂ ਨਾਨਕ ਸਾਹਿਬ ਜੀ ਨੇ ਸੰਗਤਾਂ ਨੂੰ ਉਸ ਅਕਾਲ ਪੁਰਖ ਦਾ ਜੋ ਉਪਦੇਸ਼ ਦਿੱਤਾ, ਰਹਿ ਰਾਸ ਹੁੰਦੀ ਹੈ, ਉਸਦੀ ਵਿਚਾਰ ਕਰਨੀ, ਸਿਫਤ ਸਲਾਹ ਕਰਨੀ, ਤੇ ਉਹ ਫਿਰ ਜੀਵਾਂ ਨੇ ਉਸ ਗਿਆਨ ਨੂੰ ਪ੍ਰਾਪਤ ਕੀਤਾ। ਉਹ ਸਿੱਖਾਂ ਨੇ ਅੰਮ੍ਰਿਤ ਉਹਨਾਂ ਨੂੰ ਪਿਲਾਇਆ। ਪ੍ਰਾਪਤ ਗਿਆਨ ਸ਼ਬਦ, ਅੰਮ੍ਰਿਤ ਏਕੋ ਸ਼ਬਦ ਹੈ, ਗੁਰਮੁਖ ਪਾਇਆ ਜਾਏ। ਅੰਮ੍ਰਿਤ ਕਿਹਾ ਹੈ? ਸ਼ਬਦ ਨੂੰ, ਗਿਆਨ ਨੂੰ, ਜੁਗਤ ਨੂੰ। ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ। ਐਸਾ ਉਪਦੇਸ਼ ਦਿੱਤਾ, ਉਪਦੇਸ਼ ਦੇ ਕੇ ਕਿ ਇੱਕ ਹੀ ਹੈ ਪਰਮੇਸ਼ਰ ਜੋ ਪਾਰ ਬ੍ਰਹਮ ਹੈ ਸੰਸਾਰ ਦੇ ਵਿੱਚ, ਉਸ ਨੂੰ ਦਿਖਾਇਆ, ਉਸ ਦੇ ਦਰਸ਼ਨ ਕਰਵਾਏ। ਚਾਰੇ ਪੈਰ ਧਰਮ ਦੇ, 4 ਵਰਨ ਇੱਕ ਵਰਨ ਕਰਾਇਆ। ਫਿਰ ਉਹੀ 4 ਪੈਰ ਜੋ ਸਤਯੁਗ ਦੇ ਵਿੱਚ 4 ਪੈਰ ਸੀ, ਉਹੀ ਫਿਰ 4 ਪੈਰ, 4 ਵਰਨ ਇੱਕ ਕਰਵਾ ਦਿੱਤੇ। ਵਰਨ ਕੀ ਨੇ? ਕੀ ਅਸੀਂ ਬਣਾ ਦਿੱਤਾ ਹੈ ਵਰਨਾਂ ਨੂੰ? ਵਰਨ ਸੀ ਕਿ ਸਾਡੇ ਸਰੀਰ ਦੇ 4 ਭਾਗ ਨੇ, ਆਪਣੇ ਸਰੀਰ ਦੇ 4 ਹਿੱਸੇ ਨੇ, ਤੇ ਇੱਕ ਹਿੱਸਾ ਜਿੱਥੇ ਬ੍ਰਹਮ ਗਿਆਨ ਹੈ, ਜਿੱਥੇ ਅੱਲਾ ਦਾ, ਪਰਮੇਸ਼ਰ ਦਾ, ਰਾਮ ਦਾ ਭਗਤ ਬੰਦਗੀ ਹੈ। ਉਸ ਤੋਂ ਬਿਨਾਂ ਜਿਹੜੇ 3 ਹਿੱਸੇ ਨੇ ਉਹ ਸੰਸਾਰ ਦੇ ਵਿੱਚ ਕਰਮ ਦੇ ਵਾਸਤੇ ਹੁੰਦੇ ਨੇ। ਸਾਡਾ ਮੁਖ ਹੈ, ਮੁਖ ਦੇ ਉੱਤੇ ਜਿਹੜਾ ਹੈ ਸਾਰਾ ਗਿਆਨ ਦਾ ਖੇਲ ਹੈ। 2 ਤਰ੍ਹਾਂ ਦਾ ਗਿਆਨ ਹੈ, ਸੰਸਾਰੀ ਹੈ ਤੇ ਨਿਰੰਕਾਰੀ ਗਿਆਨ ਹੈ। ਤੇ ਇੱਥੇ ਹੀ ਬੁਰਾਈਆਂ ਨੇ, ਚੰਗਿਆਈਆਂ ਹਨ, ਕਿਉਂਕਿ ਵਿਚਾਰ ਇੱਥੋਂ ਹੈ। ਜੇ ਆਪਾਂ ਕਹਿ ਲਈਏ ਜਿਵੇਂ ਸੰਸਾਰ ਦੇ ਵਿੱਚ ਕੋਈ ਫਰਮ ਹੁੰਦੀ, ਕੁਛ ਉਸਦਾ ਇੱਕ ਹੈਡ ਆਫਿਸ ਹੁੰਦਾ ਜਿੱਥੋਂ ਉਪਦੇਸ਼ ਦਿੱਤਾ ਜਾਂਦਾ, ਚਲਾਇਆ ਜਾਂਦਾ ਹੈ। ਇੱਦਾਂ ਹੀ ਮੁੱਖ ਸਾਡਾ ਜਿਹੜਾ ਹੈ, ਸਾਡੇ ਸਰੀਰ ਨੂੰ, ਸਾਡੀਆਂ ਕਰਮ ਇੰਦਰੀਆਂ ਨੂੰ ਚਲਾਉਣ ਦੇ ਵਾਸਤੇ ਇੱਕ ਹੈਡ ਆਫਿਸ ਆਪਾਂ ਕਹਿ ਸਕਦੇ ਹਾਂ, ਜਿੱਥੋਂ ਪਹਿਲਾਂ ਉਪਦੇਸ਼ ਹੁੰਦਾ ਹੈ,
फिर पैर चलते ने, हथ करते ने, सब कुछ फिर किया जाता है। इसनू कह दिता है ब्राह्मण। ब्रह्म, क्योंकि इत्थे ब्रह्म का खेल कित्थे है? उत्ते है। फिर उस ब्रह्म तो फिर अगे जदों ज्ञान दिता जाता, समझाया जाता है, कुछ कर्म किया जाता है, वो आ जांदियां ने साडियां पूजावां। इसनू कह देता है क्षत्री। उस तो अगे थले आ जाता एक हिस्सा, जिस हिस्से द्वारा संसार की उत्पत्ति होती है। शूद्र। उस तो अगे आ जाता है साडा पैरां दा लत्तां पैर, जिस द्वारा असीं चल के जाते हाँ, करते हाँ। ये शुद्ध वैश कह देता है। भाव हर एक इंसान दे विच चारे वर्ण ने, ब्राह्मण, खत्री, शूद्र, वैश, उपदेश, चौवर्णा हो सकता। ये नहीं कि ब्राह्मण कोई होर है, शूद्र कोई होर है। हर एक इंसान दे विच जिसनू ब्रह्म का ज्ञान हो गया वो ब्राह्मण है। अपनी अपनी भाषा दे विच उधर ब्राह्मण कह देता है, उधर संत कह दिता, साधु कह देता है, उधर मसीह कह देता, उधर महात्मा, बखरे बखरे नाम देते ने, क्योंकि उत्ते ब्रह्म है, उत्ते अकाल पुरख का उपदेश आउंदा है। किहड़ा उपदेश नूं मनदा, किहड़ा नहीं मनदा। उपर नूर का खेद है, जोत का खेद है, अखां दे विच जोत है। ते इदा गुरु नानक साहब जी ने सारा कुछ ही अपने अंदर ही दिखा दिता कि सब कुछ कित्थे है? एक ही। जोग शब्दं, ज्ञान शब्दं, वेद शब्दं, ब्राह्मणे, खत्री शब्दं, सूद शब्दं, शूद्र शब्दं, प्रकृत है। सर्व शब्दं एक शब्दं, जे को जाने भेओ, नानक ताका दास है सोई निरंजन। जे भेद आ गया सब कुछ, क्योंकि कोई भी बच्चा है आप देखते हाँ जो जी संगत करता है वह जा ज्ञान लैके वह जा बन जाता है। बच्चे वो जन्म लेंदे ने, कोई पढ़ के चंगा पढ़ता है, चंगे उदा संगत हुंदी है, चंगे बच्चों का संग करता है, वधिया पढ़ जाता है, अगे कॉलेज जाता है, कोई एक विषय नूं चुनता है, पढ़ के कोई डॉक्टर बनता है, कोई इंजीनियर बनता है। कौन बनाउंदा है? वो माँ नहीं बनाउंदी, बाप नहीं बनाउंदा, ओदा गुरु बनाउंदा है। जिह जिहदा संग करदा वह जा बनदा है। सो इस तरीके दे नाल ही गुरु नानक साहब जी वेद पढ़दे सी। वेदां दे वेदियन दी कुल दे विचों गुरु नानक जी पैदा होए। तिन वेदियन की कुल विखे प्रगटे नानक राय। सब सिखण को सुख दे, जह तै पए सुख देण दे वास्ते। सिख की हुंदा? सिख हुंदा सिखण वाला, सिक्ख्या लैण वाला। गुरु हुंदा सिक्ख्या देण वाला। जिहड़ा गुरु हुंदा है उस दे वास्ते सारे बराबर होंदे ने। जिवें आपां देखदे हां स्कूल दे विच बच्चे भेजदे हां, अज आपां बहुत सारे धर्म बना चुके हां, लेकिन फिर भी साडे बच्चे एक स्कूल च जांदे ने, एक ही टीचर हुंदा है ते उसे तो ज्ञान लैंदे ने, ते सारिਆਂ ਨੂੰ ਇੱਕੋ ਜਿਹਾ ज्ञान ਦਿੰਦਾ, ਸਾਰਿਆਂ ਨੂੰ बैठ के ਇੱਕੋ ਜਿਹਾ ਪੜਾਉਂਦਾ है। ਤੇ ਬੱਚੇ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਕਿੰਨਾ ਧਿਆਨ ਦੇ ਨਾਲ ਸੁਣਦੇ ਨੇ, ਕਿੰਨਾ ਕੁ ਉਹਨਾਂ ਦੀ ਰੁਚੀ ਹੁੰਦੀ ਹੈ, ਉਹਨਾਂ ਤੇ ਨਿਰਭਰ ਕਰਦਾ ਹੈ ਉਹ ਜਿਹਾ ਉਹਨਾਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਇਹਦਾ ਸਿੱਖ ਦਾ ਮਤਲਬ ਆ ਸਿੱਖਣ ਵਾਲਾ, ਸਿੱਖਿਆ ਲੈਣ ਵਾਲਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਜਿਹੜੇ ਸਿੱਖ ਆਏ ਸੀ ਉਹਨਾਂ ਨੂੰ ਗਿਆਨ ਦੇ ਕੇ ਤੇ ਫਿਰ ਪਰਮੇਸ਼ਰ ਦੇ ਦਰਸ਼ਨ ਕਰਵਾਏ। ਚਾਰੇ ਧਰਮ ਦੇ ਪੈਰ ਫਿਰ ਦੱਸਿਆ ਕਿ ਆਪਾਂ ਸਾਰੇ ਹੀ, ਇਹ ਨਹੀਂ ਕਿ ਮੈਂ ਬ੍ਰਾਹਮਣ ਆ, ਮੈਂ ਕੁਛ ਨਹੀਂ ਕਰਨਾ, ਕਿਉਂਕਿ ਬ੍ਰਾਹਮਣ ਸਿਰਫ ਗਿਆਨ ਹੈ, ਹੱਥਾਂ ਪੈਰ ਨਾਲ ਕੰਮ, ਹੱਥਾਂ ਨਾਲ ਕੰਮ ਕਰਨਾ ਹੈ, ਦੂਜਿਆਂ ਨੂੰ ਸਮਝਾਉਣਾ ਹੈ, ਸੰਸਾਰ ਦੇ ਵਾਸਤੇ ਗ੍ਰਸਤ ਜੀਵਨ ਹੈ, ਤੇ ਪੈਰਾਂ ਦੇ ਨਾਲ ਵੀ ਆਪਾਂ ਕਰਮ, ਜੋ ਪੈਰਾਂ ਨਾਲ ਚੱਲ ਕੇ ਜਾਣਾ, ਹੱਥਾਂ ਨਾਲ ਕਰਨਾ ਹੈ, ਕਿਉਂਕਿ ਸਾਰੇ ਅੰਗ ਦਿੱਤੇ ਨੇ, ਇਹਨਾਂ ਦਾ ਕੋਈ ਮਕਸਦ ਹੈ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾ ਹੈ, ਤੇ ਵੱਡੇ ਛੋਟੇ ਦਾ ਕੋਈ, ਕਿਉਂਕਿ ਪਰਮੇਸ਼ਰ ਦੇ ਕੋਲ ਕੋਈ ਵੱਡਾ ਛੋਟਾ ਨਹੀਂ ਹੈ।
ਵੱਡਾ ਛੋਟਾ, ਜੇ ਇੱਥੇ ਕੋਈ ਵੱਡਾ ਛੋਟਾ ਆਪਾਂ ਕੀ ਸਮਝ ਲੈਂਦੇ ਹਾਂ ਕਿ ਇੱਕ ਅਮੀਰ ਹੈ ਇਹ ਵੱਡਾ ਹੈ, ਇਹ ਗਰੀਬ ਹੈ ਇਹ ਛੋਟਾ ਹੈ। ਪਰ ਮਹਾਰਾਜ ਕਹਿੰਦੇ ਆ ਵੀ ਵੱਡਾ ਕੌਣ ਹੈ? ਜਿਸ ਨੇ ਪਰਮੇਸ਼ਰ ਦੇ ਨਾਲ ਪ੍ਰੇਮ ਪਾ ਲਿਆ, ਜਿਹਦੀ ਲਿਵ ਜੁੜ ਗਈ, ਜਿਹਦੀ ਟੁੱਟੀ ਗੰਢੀ ਗਈ, ਉਹ ਵੱਡਾ ਹੈ। ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਜਿਸ ਨੇ ਉਹਦੇ ਨਾਲ ਲਿਵ ਜੋੜ ਲਈ ਉਹ ਵੱਡਾ ਹੈ। ਇਸ ਕਰਕੇ ਜੋ ਵੀ ਆਇਆ, ਚਾਹੇ ਕੋਈ ਗਰੀਬ ਆਇਆ ਚਾਹੇ ਅਮੀਰ ਆਇਆ, ਕਿਉਂਕਿ ਉੱਥੇ ਕੋਈ ਫਰਕ ਨਹੀਂ ਹੈ, ਉੱਥੇ ਸਭ ਬਰਾਬਰ ਨੇ, ਸਭ ਨੂੰ ਇੱਕੋ ਜਿਹਾ ਉਪਦੇਸ਼ ਦਿੱਤਾ। ਹਾਲਾਂਕਿ ਜੇ ਅਸੀਂ ਦੇਖਦੇ ਹਾਂ ਤੇ ਅਕਾਲ ਪੁਰਖ ਦੇ ਘਰ ਦੇ ਵਿੱਚ ਉਹ ਜ਼ਿਆਦਾ ਅਮੀਰ ਗਿਣਿਆ ਜਾਂਦਾ ਜਿਹੜਾ ਸੰਸਾਰ ਦੇ ਵਿੱਚ ਗਰੀਬ ਹੈ, ਕਿਉਂਕਿ ਉਹਦੇ ਤੇ ਖੁਸ਼ ਹੈ ਪਰਮੇਸ਼ਰ। ਜਿਹਨੂੰ ਗਰੀਬੀ ਦਿੰਦਾ ਉਹਦੇ ਤੇ ਖੁਸ਼ ਹੈ, ਫਿਰ ਉਸ ਨੂੰ ਅੱਗੇ ਅਮੀਰੀ ਦਿੰਦਾ, ਕਿਉਂਕਿ ਅਮੀਰੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਲੇਖਾ ਬਣਵਾ ਦਿੰਦੀ ਹੈ। ਗਰੀਬ ਹੈ ਜਿਹੜਾ ਉਸਦਾ ਲੇਖਾ ਕੱਟਦਾ ਹੈ। ਤੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਐਸੇ ਸੀ ਕਿ ਉਹਨਾਂ ਵਾਸਤੇ ਕੋਈ ਗਰੀਬ ਆਵੇ ਅਮੀਰ ਆਵੇ, ਕਿਉਂਕਿ ਉਹਨਾਂ ਸਭ ਦਾ ਹੀ ਭਲਾ ਕਰਨਾ ਹੁੰਦਾ ਹੈ ਤੇ ਉੱਥੇ ਸਾਡਾ ਲੇਖਾ ਫਟਣਾ ਹੁੰਦਾ। ਜਦੋਂ ਲੇਖਾ ਫਟਦਾ ਹੈ ਫਿਰ ਇਹ ਨਹੀਂ ਦੇਖਿਆ ਜਾਂਦਾ ਵੀ ਕਿੰਨਾ ਲੇਖਾ ਹੈ, ਜ਼ਿਆਦਾ ਹੈ ਛੋਟਾ ਹੈ, ਫਿਰ ਫੜ ਦਿੱਤਾ ਜਾਂਦਾ ਹੈ ਲੇਖਾ। ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਲਵਾਇਆ। ਹੁਣ ਉਲਟਾ ਖੇਲ ਕਰ ਦਿੱਤਾ। ਅਸੀਂ ਕੀ ਕਰਦੇ ਸੀ? ਪਹਿਲਾਂ ਆਪਾਂ ਸੀਸ ਨਿਭਾਉਂਦੇ ਹੁੰਦੇ ਸੀ, ਮਨ ਨਹੀਂ ਸੀ ਨਿਭਦਾ। ਪਰ ਉੱਥੇ ਮਨ ਤਾਂ ਨਿਭਿਆ ਹੀ ਨਹੀਂ ਜਿਸ ਨੇ ਨਿਭਣਾ ਸੀ। ਤੇ ਫਿਰ ਗੁਰੂ ਸਾਹਿਬ ਨੇ ਮਨ ਨੂੰ ਨਿਭਣਾ ਸਿਖਾ ਦਿੱਤਾ ਕਿ ਮਨ ਨੇ ਕਿਵੇਂ ਨੀਵਾਂ ਹੋਣਾ ਹੈ। ਹੰਕਾਰ ਦੇ ਵਿੱਚ ਜੇ ਆਪਾਂ ਨਿਭਦੇ ਵੀ ਸੀ, ਉਹ ਵੀ ਜੀਵ ਚਾਹੇ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਹੈ, ਚਾਹੇ ਕੋਈ ਮਸਜਿਦ ਜਾ ਕੇ, ਉਹ ਵੀ ਹੰਕਾਰ ਦੇ ਵਿੱਚ ਕਰਦਾ ਕਿ ਮੈਨੂੰ ਕੋਈ ਦੇਖਦਾ ਹੈ। ਲੇਕਿਨ ਜਿਹੜਾ ਮਨ ਨਿਭਦਾ ਹੈ, ਮਨ ਦਾ ਨਿਭਦਾ ਕਿਸੇ ਨੂੰ ਨਹੀਂ ਦਿਸਦਾ। ਮਨ ਦਾ ਨਿਭਦਾ ਕੌਣ ਦੇਖਦਾ ਹੈ? ਪਰਮੇਸ਼ਰ ਦੇਖਦਾ ਹੈ। ਜਿਵੇਂ ਨਿਵਾਜ ਕਰਦੇ ਦੇਖੇ ਆਪਾਂ ਗੁਰਦੁਆਰੇ ਜਾਂਦੇ, ਅਰਦਾਸ ਕਰਦੇ, ਫਿਰ ਮੱਥਾ ਟੇਕਦੇ, ਫਿਰ ਉੱਠਦੇ। ਇੱਦਾਂ ਹੀ ਇਸਲਾਮ ਦੇ ਵਿੱਚ ਜਦੋਂ ਨਿਵਾਜ ਅਦਾ ਕਰਦੇ, ਝੁਕਦੇ, ਫਿਰ ਉੱਤੇ ਜਾਂਦੇ। ਮਤਲਬ ਤਨ ਕਰਦਾ, ਮਨ ਨਹੀਂ ਕਰ। ਜਦੋਂ ਮਨ ਨੇ ਕਰ ਲਿਆ ਫਿਰ ਤਨ ਚਾਹੇ ਝੁਕੇ ਨਾ ਝੁਕੇ, ਕਿਉਂਕਿ ਜਦੋਂ ਮਨ ਝੁਕਣਾ ਸਿੱਖ ਗਿਆ, ਮਨ ਲੋਕਾਂ ਦੇ ਪੈਰਾਂ ਦੇ ਵਿੱਚ ਲਾ ਦਿੱਤਾ, ਭਾਵ ਮਨ ਨੂੰ ਨੀਵਾਂ ਕਰ ਦਿੱਤਾ। ਮਨ ਕਿੱਥੇ ਹੈ? ਉੱਪਰਲੇ ਹਿੱਸੇ ਦੇ ਵਿੱਚ ਹੈ, ਨੇਤਰਾਂ ਦੇ ਵਿੱਚ ਹੈ। ਐਸਾ ਖੇਲ ਕੀਤਾ ਮਾਲਕ ਦਾ। ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਬੋਲ ਕੇ ਸਤਨਾਮ, ਇਹ ਮੰਤਰ ਦਿੱਤਾ ਬਾਬੇ ਨਾਨਕ ਨੇ। ਸਤਨਾਮ ਜਦੋਂ ਆਪਾਂ ਦੇਖਦੇ ਹਾਂ ਕਿ ਸਤਨਾਮ ਇੱਕ ਓੰਕਾਰ ਨੂੰ ਜਦੋਂ ਪੜੋਗੇ ਗੁਰਬਾਣੀ ਦੇ ਵਿੱਚ, ਜਦੋਂ ਇੱਕ ਓੰਕਾਰ ਨੂੰ ਪੜੋਗੇ, ਜਿਹੜੀ ਓੰਕਾਰ ਹੈ ਕਾਰ ਦੇ ਥੱਲੇ ਲਿਖ ਦਿੱਤਾ ਹੈ ਸਤਨਾਮ, ਕਿ ਭਾਵ ਇੱਕ ਦ੍ਰਿਸ਼ਟ ਹੋ ਕੇ ਉਸ ਅਕਾਲ ਪੁਰਖ ਨੂੰ ਮਿਲਣ ਦਾ ਜਿਹੜਾ ਗਿਆਨ ਸੀ ਉਹ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਦੱਸਿਆ, ਦ੍ਰਿੜ ਕਰਵਾਇਆ, ਪੜ੍ਹਾਇਆ, ਜਿਸ ਦੇ ਨਾਲ ਉਸ ਦਾ ਮਿਲਾਪ ਹੋਇਆ। ਸਤਨਾਮ ਜੇ ਗੁਰਬਾਣੀ ਪੜ੍ਹੋਗੇ, ਸ਼ੁਰੂ 'ਚ ਦੇਖੋਗੇ ਇੱਕ ਓੰਕਾਰ ਤੇ ਅੱਗੇ ਜਿਹੜੀ ਓੰਕਾਰ ਦੇ ਥੱਲੇ ਬਿਲਕੁਲ ਸਤਨਾਮ ਲਿਖਿਆ। ਸਤਨਾਮ ਹੈ ਕਿ ਸਤਨਾਮ ਲਿਖਣ ਪੜ੍ਹਨ 'ਚ ਨਹੀਂ ਆਉਂਦਾ, ਨਾ ਸੱਚ ਲੇਖੇ 'ਚ ਹੈ ਤੇ ਨਾ ਨਾਮ ਲੇਖੇ 'ਚ ਹੈ। ਦੋਨੋਂ ਕੀ ਨੇ? ਧਿਆਨ ਦੇ ਵਿੱਚ। ਉਹ ਓੰਕਾਰ ਦਾ ਗਿਆਨ ਦਿੱਤਾ। ਜੇ ਆਪਾਂ ਸਿੱਧਾ ਕਹੀਏ ਕਿ ਗੁਰੂ ਨਾਨਕ ਨੇ ਓੰਕਾਰ ਦਾ ਗਿਆਨ ਦਿੱਤਾ। ਓੰਕਾਰ ਏਕ ਧੁਨ ਏਕੋ, ਏਕੋ ਰਾਗ ਅਲਾਪੈ, ਏਕਾ ਦੇਸੀ ਏਕ ਦਿਖਾਵੈ, ਏਕੋ ਰਹਾ ਵਿਆਪੈ, ਏਕਾ ਸੁਰਤ ਏਕ ਹੀ ਸੇਵਾ, ਏਕੋ ਗੁਰਤਾ ਜਾਪੈ। ਸਤਨਾਮ ਦਾ ਜਿਹੜਾ ਹੈ ਕਲ ਤਾਰਨ ਗੁਰੂ ਨਾਨਕ ਆਇਆ। ਏਦਾਂ ਕਲਯੁਗ ਨੂੰ ਤਾਰਨ ਦੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਕੋਈ ਆਪਣੀ ਵਡਿਆਈ ਵਾਸਤੇ ਨਹੀਂ ਸੀ ਆਏ। ਪਰਮੇਸ਼ਰ ਨੇ ਭੇਜਿਆ ਸੀ ਪੁਕਾਰ ਸੁਣ ਕੇ ਲੋਕਾਂ ਦੀ,
ਤੇ ਗੁਰੂ ਨਾਨਕ ਸਾਹਿਬ ਕੱਲ ਧਾਰਨ ਦੇ ਵਾਸਤੇ ਆਏ ਸੀ। ਤੇ ਕੀ ਸੀ ਗੁਰੂ ਨਾਨਕ ਸਾਹਿਬ? ਜੋਤ ਰੂਪ ਹਰ ਆਪ ਗੁਰੂ ਨਾਨਕ। ਸਰੀਰ ਨਹੀਂ ਸੀ ਹੈ, ਕਿਉਂਕਿ ਸਰੀਰ ਕਦੇ ਵੀ ਨਹੀਂ ਹੈ। ਸਰੀਰ ਮਰਨ ਵਾਲਾ ਹੈ। ਸਰੀਰ ਦੀਆਂ ਤਿੰਨ ਅਵਸਥਾ ਨੇ, ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਨਾਸ ਹੋ ਜਾਣਾ ਹੈ। ਇਸ ਨੂੰ ਕੱਪੜਾ ਕਹਿ ਦਿੱਤਾ ਗੁਰੂ ਸਾਹਿਬ ਜੀ ਨੇ। ਦਿਨ ਥੋੜੇ ਪਏ ਪਿਆ ਪੁਰਾਣਾ ਚੋਲਾ, ਕਿਉਂਕਿ ਚੋਲਾ ਹੈ, ਪੁਰਾਣਾ ਹੋ ਜਾਂਦਾ ਹੈ। ਲੇਕਿਨ ਜੋਤ ਬਦਲਦੀ ਗਈ। ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਭਲਕੀ। 250 ਸਾਲ ਤਕਰੀਬਨ ਇੱਕ ਜੋਤ 10 ਦੇਹਾਂ ਦੇ ਵਿੱਚ ਵਿਚਰ ਕੇ ਇੱਕ ਹੀ ਉਪਦੇਸ਼ ਦਿੱਤਾ ਹੈ। ਇੰਨਾ ਲੰਮਾ ਸਮਾਂ ਐਸਾ ਪਹਿਲਾਂ ਨਹੀਂ ਹੋਇਆ, ਪਰ ਕਿੰਨਾ ਕੁ ਸਮਾਂ ਹੋਇਆ ਹੈ ਕਿ ਅਸੀਂ, ਮੇਰਾ ਖਿਆਲ ਸਭ ਤੋਂ ਵੱਧ ਪਹਿਲਾਂ ਸਿੱਖ ਭੁੱਲ ਗਏ ਗੁਰੂ ਨਾਨਕ ਦੇ ਉਪਦੇਸ਼। ਸਭ ਤੋਂ ਵੱਧ ਪਖੰਡ ਅੱਜ ਕੌਣ ਕਰਦਾ ਹੈ? ਅੱਜ ਦਾ ਸਿੱਖ ਸਭ ਤੋਂ ਜ਼ਿਆਦਾ। ਜੇ ਦੇਖ ਲਵਾਂਗੇ, ਸਭ ਤੋਂ ਗੁਰਬਾਣੀ ਤੋਂ ਬਿਲਕੁਲ ਉਲਟ ਜੇ ਚੱਲ ਰਿਹਾ ਅੱਜ ਦਾ ਸਿੱਖ ਚੱਲ ਰਿਹਾ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆ ਕੇ ਗਿਆਨ ਦੇਣਾ ਸ਼ੁਰੂ ਕੀਤਾ ਸੰਸਾਰ ਦੇ ਵਿੱਚ, ਤੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਭੇਜਿਆ, ਤੇ ਕਿਵੇਂ ਗੁਰੂ ਨਾਨਕ ਸਾਹਿਬ ਜੀ ਉਸ ਅਵਸਥਾ 'ਚ ਗਏ, ਉਹ ਵੀ ਆਪਾਂ ਥੋੜਾ ਸਮਝ ਲਈਏ, ਤਾਂ ਕਿ ਜਿਹੜਾ ਗੁਰਬਾਣੀ ਹੈ, ਆਪਾਂ ਵੀ ਉਸ ਦੇ ਹੀ ਹਾਂ, ਸਾਰੇ ਹੀ ਆਪਾਂ ਵੀ ਉਸ ਦੇ ਹੋ ਸਕਦੇ, ਕਿ ਗੁਰਬਾਣੀ ਲਿਖੀ ਹੀ ਇਸ ਵਾਸਤੇ ਗਈ ਕਿ ਤੁਸੀਂ ਵੀ ਉਸ ਨੂੰ ਜਾਣ ਸਕੋ ਜਿਸ ਨੇ ਸਾਨੂੰ ਭੇਜਿਆ ਹੈ। ਉਸ ਦੇ ਵਾਸਤੇ ਫਿਰ ਸਾਨੂੰ ਸਮਝਾਇਆ ਕਿ ਕਿਵੇਂ ਕੀ ਕੀਤਾ। ਸਭ ਤੋਂ ਪਹਿਲਾਂ ਬਾਬੇ ਪਾਇਆ ਬਖਸ਼ਦਾ, ਪਹਿਲਾਂ ਪ੍ਰਭੂ ਤੋਂ ਬਖਸ਼ਿਸ਼ ਪ੍ਰਾਪਤ ਕੀਤੀ, ਪਿੱਛੋਂ ਦੇ ਫਿਰ ਕਾਲ ਕਮਾਈ। ਉਸ ਦਰ ਤੇ ਬੈਠ ਕੇ ਸੇਵਾ ਕੀਤੀ, ਉੱਥੇ ਕਾਲ ਨਾ ਕੀਤੀ, ਕਾਲ ਕਮਾਈ ਕੀਤੀ। ਕਿਵੇਂ ਕੀਤੀ? ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਗੁਰ ਲੈ ਲਿਆ ਤੇ ਮਨ ਨੂੰ ਕਿੱਥੇ ਬਿਠਾ ਦਿੱਤਾ? ਥੱਲੇ ਮਨ ਨੂੰ। ਕਿਉਂਕਿ ਜੇ ਆਪਾਂ ਕਹਾਂਗੇ ਤਨ ਨੂੰ ਰੋੜਾਂ ਤੇ ਬਿਠਾਇਆ, ਗੁਰੂ ਸਾਹਿਬ ਜੀ ਨੇ ਬਿਲਕੁਲ ਖੰਡਨ ਕੀਤਾ ਵੀ ਤਨ ਨੂੰ ਅਸੀਂ ਕੋਈ ਵੀ ਕਸ਼ਟ ਨਹੀਂ ਦੇਣਾ। ਕਿਸ ਨੂੰ ਬਿਠਾਉਣਾ ਹੈ? ਭਗਤੀ ਕਿਹਨੇ ਕਰਨੀ? ਮਨ ਨੇ। ਜਿਵੇਂ ਬਾਬਾ ਕਬੀਰ ਜੀ ਨੇ ਦੱਸਿਆ, ਨੀਚੇ ਲੋਹੇ ਨਾ ਕਰ ਰਹੋ। ਭਾਵ ਸ਼ੁਰੂ ਕੇ ਮਨ ਨੂੰ ਕਿੱਥੇ ਬਿਠਾ ਦਿੱਤਾ? ਧਰਤੀ ਦੇ ਉੱਤੇ ਨਿਭਣਾ ਸਿਖਾ ਦਿੱਤਾ। ਐਸੀ ਕਾਲ ਨਾ ਕਰ ਲਈ ਸਭ ਤੋਂ ਪਹਿਲਾਂ ਕਿ ਮਨ ਨੂੰ ਨੀਵਾਂ ਕਰ ਦਿੱਤਾ। ਭਾਰੀ ਕਰੀ ਤਪੱਸਿਆ, ਏਦੋਂ ਫਿਰ ਮਨ ਦੀ ਤਪੱਸਿਆ, ਤਨ ਦੀ ਨਹੀਂ ਕੀਤੀ। ਕਿਉਂਕਿ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਤਨ ਦਾ ਕੋਈ ਰੋਲ ਨਹੀਂ ਹੈ। ਤਨ ਕਰਕੇ ਕਿਰਤ ਕਰਨੀ ਹੈ, ਮਨ ਨੂੰ ਨੀਵਾਂ ਕਰਨਾ ਹੈ, ਕਿਉਂਕਿ ਮਨ ਨੇ ਪਰਮੇਸ਼ਰ ਨੂੰ ਪਾਉਣਾ ਹੈ। ਤੇ ਉਹਨਾਂ ਨੇ ਫਿਰ ਮਨ ਨੂੰ ਨੀਵਾਂ ਰੱਖਿਆ, ਇੰਨੀ ਤਪੱਸਿਆ ਕੀਤੀ ਕਿ ਮਨ ਉੱਠਣ ਨਹੀਂ ਦਿੱਤਾ, ਉੱਪਰ ਹੀ ਨਹੀਂ ਉੱਠਣ ਦਿੱਤਾ। ਵੱਡੇ ਭਾਗ ਹਰਸ਼ੋ ਬਣ ਆਈ। ਫਿਰ ਕਿਉਂਕਿ ਪਰਮੇਸ਼ਰ ਨੂੰ ਕੌਣ ਪਾਉਂਦਾ ਹੈ? ਨੀਵਾਂ। ਨੀਚਾਂ ਅੰਦਰ ਨੀਚ ਜਾਤ, ਨੀਚੋਂ ਹੋ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉਕਿਆ ਰੀਸ। ਜਿੱਥੇ ਨੀਚ ਸੰਭਾਲੀ ਹੈ, ਤਿੱਥੇ ਨਦਰ ਤੇਰੀ ਬਖਸ਼ਿਸ਼। ਤੇ ਫਿਰ ਪਰਮੇਸ਼ਰ ਨਾਲ ਉਹਨਾਂ ਦਾ ਪ੍ਰੇਮ ਪੈ ਗਿਆ, ਹਰੀ ਦੇ ਨਾਲ ਬਣਾਈ। ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਕਹਿੰਦੇ ਫਿਰ ਬਾਬੇ ਨੂੰ ਸੱਚਖੰਡ ਦੀ ਪ੍ਰਾਪਤੀ ਹੋ ਗਈ ਕਿ ਉੱਥੋਂ ਨੌ ਨਿਧ ਨਾਮ ਪ੍ਰਾਪਤ ਹੋਇਆ। ਤੇ ਨਾਲ ਨਾਲ ਕਿਹਾ ਵੀ ਗਰੀਬੀ ਰੱਖਣੀ ਹੈ, ਮਨ ਦੀ ਗਰੀਬੀ। ਮਨ ਦੀ ਵੀ ਮਨ 'ਚ ਕਿਤੇ ਇਹ ਨਾ ਹੋ ਜਾਵੇ ਵੀ ਮੈਨੂੰ ਆ ਖਜ਼ਾਨਾ ਮਿਲ ਗਿਆ, ਮੈਂ ਇਹ ਕਰਦਾ ਹਾਂ, ਐਸਾ ਨਾ ਹੋ ਜਾਵੇ। ਤੇ ਕਿਤੇ ਵੀ ਆਪਾਂ ਪੜ੍ਹ ਕੇ ਦੇਖਾਂਗੇ ਬਾਣੀ ਨੂੰ, ਗੁਰਬਾਣੀ ਨੂੰ, ਭਗਤਾਂ ਦੀ ਕਿਸੇ ਦੀ ਵੀ, ਉਹਨਾਂ ਕਿਤੇ ਨਹੀਂ ਇਹ ਲਿਖਿਆ ਹੋਏਗਾ ਕਿ ਮੈਂ ਏਦਾਂ ਕੀਤਾ। ਉਹਨਾਂ ਕਿਹਾ ਵੀ ਅਸੀਂ ਕਰ ਹੀ ਨਹੀਂ ਸਕਦੇ।
जे महाराज ने उस्तत की गुरु नानक साहब जी ने परमेश्वर की, तो उन्होंने दसिया कि मैं नहीं तेनों बयान कर सकता, मैं तो मूर्ख हाँ, मैं तेरे बारे क्या कह सकता। तू सुल्तान कहा हो मियाँ, तेरी कबन बढ़ाई, जो तू दे सो कहा स्वामी, मैं मूर्ख कहना जाई। तेरे गुण गावा दे बुझाई, जैसे सच में वो समाई। जो कुछ हुआ सब कुछ तुझ ते, तेरी सब असनाई, भी तेरा ही सारा कुछ है, मेरे तो नहीं होया। तेरी सब असनाई, जो कुछ हुआ सब कुछ तेरी सब सुनाई, तेरा अंत न जाना मेरे साहब, मैं आंधले क्या चतराई। क्या हो कथी कथे कर देखा, मैं कथ न जाई, जो तुद पावै सोई आखा, दिल तेरी। वो भी दिल बढ़िया आख सकता। एते कूकर हो बेगाना, भौंका इस तन दाई। मैं तो एक बेगाना कूकर हाँ भौंक रहा से, भगत ही नानक जे होएगा खस में नौ है। ये भी भगती तो हीणिया नहीं होएगा, कूकर भी जे बनना है फिर भी भगती करके ही बनना है। इस करके किते भी अपने आप नूं उस परमेश्वर तो खजाना प्राप्त होया। ते फिर उन्हें देखिया, जदों सारा दिखा दिता मालिक ने, बाबा देखा ध्यान तार, जलती सब पृथ्वी दिस आई। कि सारी पृथ्वी ते लोग सड़ रहे ने, नफरत दे विच, वैर विरोध दे विच। बाजों गुरु गवार है, करदी करदी सुनी लुकाई। बाजों गुरु गवार है करदी सुनी। कि गुरु का ज्ञान नहीं सी, गुरु की है उस मालिक का ज्ञान। वो ज्ञान तो सकनी है ते है कर रही भाव, जिन्हों आप हा भी कह दईए, डर रही है, दुखी हो रही है सारी संसार दे विच पृथ्वी ते जिहड़े लोक ने। बाबे भेख बनाया, उदासी की रीत चलाई। फिर बाबे ने उदासी है कि एक तन तो मन दी उदासी, कि किवें मन ने तन तो वख होना है। ते वो फिर आप जो कीता वो फिर लोकां नूं दसिया, चढ़िया सोधन तरत लखाई। फिर लोकां नूं उपदेश देने वास्ते 4 उदासियां गुरु नानक साहब महाराज ने कीतियां। पर किसदी गल कीती? एक दी। वो कोई किसी दे नाल वैसन नहीं गए, किसी नूं नीवा दिखाउण नहीं गए, वो भले दे वास्ते गए। क्योंकि लोग उपदेश नूं भुल चुके सी, ये नहीं भी एक दिशा ही गए। इस करके उन्हां दा प्रेम सब दे नाल सी। उन्हां 4 उदासियां करके चारे पासे गए, जिन्हां दे विच भाई गुरदास जी ने सारिया उदासियां दा वर्णन भी किया है, कित्थे कित्थे गए ने, क्योंकि बहुत लंबा समय चाहिए है। लेकिन उन्होंने फिर लोकां नूं ज्ञान देने वास्ते फिर घर-बार छड्डिया, सब कुछ करके ते परमेश्वर दा संदेशा देने वास्ते 4 उदासियां दे विच चल पए। ते जदों गुरु नानक साहब जी ने फिर एक ज्ञान देना शुरू किया संसार दे विच, ते की कहन लगे लोग गुरु नानक साहब महाराज नूं, कोई आखे पूतना, कोई बेताला। कहते इनू कोई ताल नहीं, उन्होंने कोई ज्ञान नहीं, कोई सोझी नहीं है कि बेताला कित्थों आ गया, पूतना कित्थों आ गया। कोई आखे आदमी नानक बेचारा, कोई थोड़ी दया करता सी बेचारा ये आदमी पता नहीं कित्थे भटकदा फिरदा, क्या आल बताल बोली जाता है, मूर्ख हो चुका है। तो गुरु नानक साहब जी कहते हाँ तो मैं मूर्ख ही, पर मैं उस परमेश्वर का दीवाना हो गया। भया दीवाना सा का नानक बौराना। कहते मैं उस सच्चे शाह का दीवाना हाँ, इस करके मैं कमला हो गया, बौराना हाँ। हर बिन अवर ना जाना। कहते असी तो हुण हरी तो बिना किसी कुछ देखते ही नहीं, कोई दूजा है ही नहीं इत्थे। इस करके उदी उपदेश देने चल पे ते लोग उन्होंने की कहते, कोई भी आया जो तो पढ़ के देख लो, किसी नूं भी, चाहे तुसी कुरान नूं पढ़ के देख लो, तो कहते तुसी मूर्ख थोड़े कहे चलिए। चाहे राम जी आए, किन्ने क लोकां ने राम जी की सुनी, चाहे कृष्ण जी आए, किन्ने सी कृष्ण जी तो
4-5 सेवक ਜਿਹੜੇ ਸੁਣਨ ਵਾਲੇ ਸੀ, ਤੇ ਦੂਜੇ ਕਿੰਨੇ ਸੀ ਜਿਹੜੇ ਵਿਰੋਧੀ ਸੀ। ਕਿਉਂਕਿ ਇੱਦਾਂ ਹੀ ਹੁੰਦਾ ਹੈ ਸ਼ੁਰੂ ਤੋਂ। ਇੱਦਾਂ ਹੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਵਿਰੋਧ ਕਰਦੀ ਸੀ ਉਸ ਸਮੇਂ ਲੋਕਾਈ। ਪਰ ਉਹ ਕਹਿੰਦੇ ਅਸੀਂ ਤਾਂ ਕਮਲੇ ਹਾਂ। ਤੇ ਕਿਉਂ ਹੋ ਗਏ? ਕਿਉਂਕਿ ਉਸ ਸੱਚੇ ਸਾਹ ਦੇ ਦੀਵਾਨੇ ਹੋ ਗਏ। ਹੁਣ ਉਸ ਤੋਂ ਬਿਨਾਂ ਸਾਨੂੰ ਕੋਈ ਦਿਸਦਾ ਹੀ ਨਹੀਂ ਹੈ। ਮੈਂ ਭਗਤਾਂ ਨੇ ਕਿਹਾ ਦੋ ਦੋ ਲੋਚਨ ਪੇਖਾਂ ਹੋ ਹਰ ਵੇਨਾ ਵਰਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬੇ ਗੱਲ ਕਹਿਣ ਨਾ ਜਾਈ। ਤੋ ਦੀਵਾਨਾ ਜਾਣੀਐ ਜਾਂ ਭੈ ਦੀਵਾਨਾ ਹੋਏ। ਦੀਵਾਨਾ ਕਿਸ ਨੂੰ ਕਹੀਏ? ਜੇ ਜਾਣਨਾ ਹੈ ਕਿ ਕੋਈ ਦੀਵਾਨਾ ਹੈ ਜਿਹੜਾ ਪਰਮੇਸ਼ਰ ਦੇ ਭੈ ਦੇ ਵਿੱਚ ਆ ਜਾਵੇ, ਜਿਸ ਨੂੰ ਉਹਦਾ ਭੈ ਨਹੀਂ ਉਹਦਾ ਦੀਵਾਨਾ ਨਹੀਂ ਹੈ। ਕਿਉਂਕਿ ਭੈ ਤੇ ਬਿਨਾਂ ਦੀਵਾਨੇ ਹੋ ਹੀ ਨਹੀਂ ਸਕਦੇ। ਭੈ ਤੋਂ ਬਿਨਾਂ ਪ੍ਰੇਮ ਹੀ ਨਹੀਂ ਉਪਜਦਾ। ਭੈ ਬਿਨ ਭਉ ਨਾ ਉਪਜੈ, ਭਉ ਬਿਨ ਭਗਤ ਨਾ ਹੋਈ। ਇੱਕ ਹੀ ਸਹਿ ਬਾਹਰਾ ਦੂਜਾ ਅਵਰ ਨਾ ਜਾਣਾ ਕੋਈ। ਕਹਿੰਦੇ ਉਹੀ ਦੀਵਾਨਾ ਹੈ ਇੱਕ ਪਰਮੇਸ਼ਰ ਤੋਂ ਬਿਨਾਂ ਦੂਜਾ ਨਾ ਜਾਣੇ ਸੰਸਾਰ ਦੇ ਵਿੱਚ। ਫਿਰ ਉਹ ਅਸਲੀ ਦੀਵਾਨਾ ਹੈ ਪਰਮੇਸ਼ਰ ਦਾ। ਤੋ ਦੀਵਾਨਾ ਜਾਣੀਆਂ ਜਾਂ ਏਕਾ ਕਾਰ ਕਮਾਏ। ਕਹਿੰਦੇ ਉਹੀ ਦੀਵਾਨਾ ਜੇ ਇੱਕ ਹੀ ਕਾਰ ਕਮਾਉਂਦਾ ਹੈ। ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ। ਦੂਜੀ ਸਾਰੀ ਸਿਆਣ ਪਛਾਣੇ ਕੇ ਇੱਕ ਉਸ ਖਸਮ ਦੇ ਹੁਕਮ ਨੂੰ ਮੰਨਦਾ ਹੈ, ਉਹਦੇ ਭਾਣੇ ਚੱਲ ਜਾਂਦਾ ਹੈ, ਉਹਦਾ ਚਲਾਇਆ ਚੱਲਦਾ ਹੈ, ਉਹੀ ਅਸਲੀ ਦੀਵਾਨਾ ਹੈ। ਤੋ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ। ਕਹਿੰਦੇ ਉਹ ਦੀਵਾਨਾ ਜਿਹੜਾ ਉਸ ਦੇ ਨਾਲ ਪਿਆਰ ਪਾ ਲਵੇ, ਇੱਕ ਦੇ ਨਾਲ ਸਾਹਿਬ ਨਾਲ ਪਿਆਰ ਪਾ ਲਵੇ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਤੇ ਆਪਣੇ ਆਪ ਨੂੰ ਕभी मैं ਮੰਦਾ, ਸਾਰਾ ਸੰਸਾਰ ਭਲਾ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਹੋਏ, ਪਰਨਵਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਿਉਂਕਿ ਅਵਸਥਾ ਹੈ ਚੱਲਣ ਦੀ, ਪਰਮੇਸ਼ਰ ਨੂੰ ਪਾਉਣ ਦੀ। ਜਦੋਂ ਪਾ ਗਏ ਫਿਰ ਉਪਦੇਸ਼ ਦੇਣਾ ਹੈ। ਤੇ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਜਿਹੜਾ ਉਪਦੇਸ਼ ਦਿੱਤਾ ਤੇ ਸਾਨੂੰ ਸਮਝਾ ਦਿੱਤਾ ਕਿ ਦੋ, ਸਾਨੂੰ ਆਪਾਂ ਆਪਣੇ ਆਪ ਨੂੰ ਇੱਕ ਜਾਣਦੇ ਹਾਂ, ਲੇਕਿਨ ਅਸੀਂ ਕੌਣ ਹਾਂ? ਦੋ। ਦੂਜਾ ਕੌਣ ਹੈ? ਇੱਕ ਤਾਂ ਸਾਡੀ ਜੋਤ ਹੈ ਜੋ ਅਕਾਲ ਪਰਮੇਸ਼ਰ ਦੀ ਜੋਤ ਹਾਂ। ਆਪਾਂ ਸਾਰੇ ਹੀ ਕੌਣ ਹਾਂ? ਉਸੇ ਦੀ ਜੋਤ ਹਾਂ। ਦੂਜਾ ਹੈ ਸਾਡਾ ਇਹ ਸਰੀਰ। ਜਿਹੜਾ ਸਰੀਰ ਹੈ ਇਸ ਦੇ ਤਿੰਨ ਤਰ੍ਹਾਂ ਦਾ ਸਰੀਰ ਹੈ। ਸਾਡਾ ਜਿਹੜਾ ਸਰੀਰ ਹੈ ਤਿੰਨ ਤਰ੍ਹਾਂ ਦਾ ਹੈ। ਇੱਕ ਸਰੀਰ ਨੂੰ ਮਰਦਾਨਾ ਕਹਿ ਦਿੰਦੇ, ਇੱਕ ਸਰੀਰ ਨੂੰ ਜਨਾਨਾ ਕਹਿ ਦਿੰਦੇ, ਤੇ ਇੱਕ ਉਹ ਸਰੀਰ ਹੈ ਜਿਸ ਨੂੰ ਆਪਾਂ ਕਿੰਨਰ ਕਹਿ ਦਿੰਦੇ, ਖੁਸਰਾ ਕਹਿ ਦਿੰਦੇ ਹਾਂ, ਜੋ ਨਾ ਔਰਤ ਹੁੰਦਾ ਤੇ ਨਾ ਮਰਦੀ ਹੁੰਦਾ ਹੈ। ਬਹੁਤ ਥੋੜੇ ਹੁੰਦੇ ਨੇ ਉਹ, ਲੇਕਿਨ ਅੱਜ ਤਾਂ ਤੁਹਾਨੂੰ ਡਾਰਾਂ ਮਿਲ ਜਾਣਗੀਆਂ ਕਿਉਂਕਿ ਬਨੌਟੀ ਬਣ ਗਏ ਲੋਕਾਂ ਤੋਂ ਮੰਗਣ ਦੇ ਵਾਸਤੇ। ਜਿੱਥੇ ਮਰਜ਼ੀ ਚਲੇ ਜਾਓ ਲਾਈਟਾਂ ਤੇ ਤਾੜੀਆਂ ਮਾਰਦੇ ਫਿਰਦੇ ਨੇ। ਲੇਕਿਨ ਦੋ ਨੇ। ਹੁਣ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਸੀ ਉਹ ਕੀ ਸੀ? ਪਰ ਉਹ ਸਰੀਰ ਪਾਕ ਹੋ ਚੁੱਕਿਆ ਸੀ, ਪਵਿੱਤਰ ਹੋ ਚੁੱਕਿਆ ਸੀ। ਤੇ ਦੂਜੀ ਜੋਤ ਸੀ। ਕਿਉਂਕਿ ਜਿਹੜਾ ਮਰਦਾਨਾ ਸ਼ਬਦ ਵਰਤਿਆ ਗਿਆ ਹੈ, ਮਰਦਾਨਾ ਕਦੋਂ ਆਪਾਂ ਬਣਦੇ ਹਾਂ? ਹਰ ਕੋਈ ਮਰਦਾਨਾ ਨਹੀਂ ਹੈ। ਮਰਦਾਨਾ ਇੱਕ ਸੰਸਾਰਿਕ ਤੌਰ ਤੇ ਆਪਾਂ ਕਹਿ ਦਿੰਦੇ ਵੀ ਇਹ ਮਰਦ ਹੈ, ਔਰਤ ਹੈ। ਪਰ ਜਿਹੜਾ ਗੁਰਬਾਣੀ ਅਨੁਸਾਰ ਹੈ, ਕਿਉਂਕਿ ਉੱਥੇ ਮਰਦ ਪਰਮੇਸ਼ਰ ਨੂੰ ਕਿਹਾ ਹੈ, ਸਾਨੂੰ ਸਾਰਿਆਂ ਨੂੰ ਔਰਤ ਕਿਹਾ ਹੈ। ਉਸ ਅਵਸਥਾ 'ਚ ਮਰਦਾਨਾ ਜਿਹੜਾ ਬਣਨਾ ਹੈ, ਕੌਣ ਬਣਦਾ ਹੈ? ਜਾ ਕੋ ਮਿਹਰ ਮਿਹਰ ਮਿਹਰਬਾਨਾ ਸੋ ਮਰਦ ਮਰਦ ਮਰਦਾਨਾ। ਵੀ ਉਹੀ ਮਰਦ ਮਰਦਾਨਾ ਹੈ ਜਿਸ ਤੇ ਉਹ ਮਿਹਰ ਕਰਦਾ ਹੈ। ਆਪਾਂ ਦੇਖਦੇ ਹਾਂ ਬਹੁਤ ਸਾਰੇ ਧਰਮਾਂ 'ਚ ਤੁਸੀਂ ਦੇਖਿਆ ਹੋਵੇਗਾ, ਆਪਾਂ ਗੱਲਾਂ ਵੀ ਕਰਦੇ ਹਾਂ ਕਿ ਔਰਤ ਨੂੰ ਉਸ ਪਰਮੇਸ਼ਰ ਦੀ ਬੰਦਗੀ ਕਰਨ ਦਾ
ਅਧਿਕਾਰ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਅਧਿਕਾਰ ਦਿੱਤਾ ਹੈ। ऐसा नहीं है कि भगती करने का अधिकार नहीं है। औरत जिहड़ी है उपदेश नहीं करती, भगती करती है उपदेश। जे आपां 10 गुरु साहिबान देखिए मरदाना शरीर दे विच है, जे 5 प्यारे देखिए, क्योंकि किसी का नहीं, किसी ने नहीं चलाया, ये उस अकाल पुरख दा है। वो किसी नूं भी मरदाना बना सकता है, मरदाना बना के अपनी सेवा च ला सकता है। पर उसका जो उपदेश है इत्थे संसार च कौन देंदा? मरदाने। इस करके आपां भी देखते हैं, बेशक बहुत रौला भी होया हरमंदर साहब दे विच, कोई जथेदार अज तक सब कौन लगदे? लगी लगे ने, कीर्तन करते हैं। क्योंकि एक असीं अज बेशक झगड़ा कराउंदे हाँ कि औरत क्यों नहीं करती औरत, क्योंकि लोकां दा नहीं, उस अकाल पुरख दा। जे औरत कोई चल जावे, उस अवस्था चल जावे, उसनूं भी थाप सकदा, उसनूं भी मन नूं उस अवस्था च ले जा सकदा, वो भी कर सकदी, लेकिन उस अवस्था च जाके ही उसका उपदेश दिता जाता है, क्योंकि फिर आप बुलाउंदा है, फिर उसका उपदेश है। इहदा फिर गुरु नानक साहब जी चल, जिवें इत्थे दस्सिया है कि गुरु नानक जी ने फिर धरती सोधन नूं चल पिया, इत्थे दूजे दा नाल कोई हिट नहीं दिता। हुण कित्थे ते असीं हिट 3 बंदियां दे ले ले, मरदाना जी के नाल उन्हां दे एक बाला, कि गुरु नानक साहब जी 2 साथी सी, एक मरदाना सी, एक बाला सी। बाला किन्हां ने कहा गुरु नानक साहब जी नूं? बड़े बड़े उम्र के जोगी सी, गुरु नानक साहब जी की उम्र छोटी सी, इस करके शरीर करके वो बचपन दे विच उन्होंने बाला कह के पुकारते रहे। बाला भी कोई नाल नहीं सी, कई झगड़ा करते कि बाला नहीं सी, सिर्फ मरदाना सी, क्योंकि मरदाना शरीर सी। जिहड़ा गुरु नानक सी वो शरीर नहीं सी, वो कौन सी? अकाल रूप। एक बाबा अकाल रूप, दूजा एक मन ते एक तन। मन तन नूं कहंदा सी बोल आ ज्ञान बोल, मन किथे कह के कहंदा सी परमेश्वर समाधि, क्योंकि किसने समाउणा? परमेश्वर मन ने, जोत ने। फिर उत्थों उपदेश आउंदा सी, फिर गुरु नानक साहब जी उपदेश देंदे सी। तो उपदेश भी इदां नहीं सी जिवें आपां अज पढ़दे हां, क्योंकि उसनूं काव्य रूप किने दिता? भाई गुरदास ने। सिद्धे बचन सी, उन्हां दी बाणी नूं एकत्र कीता, एकत्र करके रागां दे विच किसने लिखिया है? भाई गुरदास ने काव्य रूप दे विच लिखिया है। गुरु पंचम पातशाह जी ने, क्योंकि बहुत बड़े लिखारी सी भाई गुरदास जी, उन्हां तो लिखाया है, पर उन्हां दी बाणी जो ये आपां विचार रहे हैं किसदी है? भाई गुरदास दी। पर गुरु ग्रंथ साहब जी दे विच भाई गुरदास जी दी बाणी नहीं लिखी गई। क्यों नहीं लिखी गई? क्योंकि सिद्धांत वखरा है। भाई गुरदास जी एक गल समझाउण नूं 5-5 6-6 उदाहरणां देंदे ने, ते गुरु नानक साहब जी एक शब्द दे विचों ही किन्ना कुछ समझा लिया। मतलब एक बूंद दे विच सागर नूं एक शब्द दे विच ही सानूं सारा ज्ञान मिल जाएगा, जदों असीं बरीकी दे नाल गुरबाणी नूं समझांगे। इस करके गुरबाणी जिहड़ी है ये बहुत ही एक अमृत है, रिड़किया हुआ मक्खण है। ते उधर आपां कह लईए दुध है, दुध नूं पहलां गर्म करांगे, जमावांगे, जाग लावांगे, फिर रिड़कांगे, फिर मक्खण आएगा, फिर मक्खण नूं उबालांगे, गर्म करांगे, फिर जाके की आएगा? तो गुरबाणी सानूं वो अमृत है, रिड़किया होया अमृत है। इस करके आपां शब्द सरवण करते सी, शब्द कि की कीता फिर बाबा गया बगदाद नूं, बाहर जाए किया स्थाना। बगदाद गए, ये नहीं कि किसी नूं नीमा दिखाउण वास्ते, ऐसा क्योंकि
कोई भी जिहड़ा भगत होएगा ना किसी नूं नीवां नहीं, खुद नूं नीवां। इस करके बगदाद च गए उपदेश देण, क्योंकि जो भुल चुके सी, जो उपदेश आया सी इस्लाम मुसलमान बनने ते ये नहीं कहा भी मुसलमान माड़ा, मुसलमान बनने का तरीका दस्या गुरु नानक साहब जी ने। जोगियां नूं ये नहीं कहा भी जोग माड़ा, जोगी बनने का तरीका दस्या। ब्राह्मण नूं ये नहीं कहा ब्राह्मण नहीं बनना, ब्राह्मण बनने का तरीका दस्या, पंडित बनने का तरीका दस्या। जिवें इस्लाम दे विच कहा भी 5 नवाजां इस्लाम दियां ने, 5 नवाजां 5 वक्त, पंजे पंजा 9, पहला सच हलाल दुए, तीजी खैर खुदाए, चौथी नीयत रास मन, 5वीं सिफत सदाए, करनी कलमा आकर ता मुसलमान सदाए। भी इतने ना मुसलमान पहला आ कर लो, फिर अपने आप को, क्योंकि नहीं मुसलमान का जो इस धर्म है उसकी लोगों के विच इमेज गिरती है भी है मुसलमान ऐसा, क्योंकि मुसलमान पहला बन जाओ, बारी फिर बनो, पहला अंदर बन जाओ, पहला पाक हो जाओ। इदा जोगियां नूं कहा, जोगी करना च मुंदरा पाई फिरदे सी, हथ च मंगण लै खप्पर लैके मंगण तुर पैंदे सी, गल्लां सुणाउंदे, ते फिर कहा भी गल्ली जोग ना होई, एक दृष्ट कर समसर जाने जोगी कहिए सोई। जे ब्राह्मण सी, ब्राह्मण नूं कहा भी इदा ब्राह्मण शरीर करके नहीं ब्राह्मण कोई। बाबा कबीर जी कहते जो तो ब्राह्मण ब्राह्मणी जाया आन बाट कहीं नहीं आया, क्योंकि शरीर तो एक बच्चा ही पैदा होता, सब कोई आ वो बच्चा अगे कही जी सिक्ख्या लैंदा, किहा जा ज्ञान लैंदा, ब्रह्म का ज्ञान लेगा ब्रह्म बन जाएगा। बाबा कबीर जी ब्रह्म का ज्ञान होया, किन्ने भगतां नूं होया, ते त्रिलोचन जी नूं भी होया जो उस समय के ब्राह्मण कुल विचों सी। ये नहीं भी उन्होंने नहीं हो सकता, रामानंद जी नूं किन्ने होए, मतलब जिन्हां नूं हो गया वो फिर मित्र सी सारे ही, उत्थे कोई जात पात नहीं रह जाती, उत्थे क्या जोत, उत्थे आपां सारे ही ग्रुप हाँ। उत्थे जाके बगदाद जाके फिर की कीता, दित्ती बांग निवाज कर सुन समान हुआ जहाना। वो निवाज करते फिर बांग दित्ती जाती है, आप देखते हैं मस्जिदां दे विच 5 निवाजां हुंदियां ने, फिर लोकां नूं जगाउण वास्ते, मन नूं जगाउण वास्ते। उच्चे थां कुरान पढ़ के देखिए, कुरान दे विच दस्सिया है कि जदों उपदेश करते सी हज़रत मुहम्मद साहब उत्ते देखते सी, ध्यान कित्थे सी, मन नूं उच्चा ले जाके, ये नहीं भी उच्चे थां चढ़ के कोई उच्ची उच्ची आवाज़ देनी, ये नहीं है। मन नूं जगाउण दे वास्ते पहला आप मन नूं उच्चे स्थान ते लैके जाना, फिर उत्थों बुलाउणा, कित्थे बुलाउणा, उस उच्चे स्थान ते बांग दे के भी आ उस नूं देख जिहड़ा इन्ना सोहना, अल्लाह इन्ना सोहना है, उस नूं देख, अल्लाहू अकबर। बांग देने का मतलब है आ तू भी देख, देखण दे वास्ते, पर उच्चे थां ते जाके। इस करके गुरु नानक साहब जी ने भी उत्थे फिर आवाज़ दी, निवाज की, क्योंकि निवाज होई आ, पूजा और निवाज होई, कुरान और कुरान होई, पुराण भी होई, कुरान भी होई, सब कुछ होई है, ज्ञान होई है सारा ही। सुन समान हुआ जहाना, कहते जहान वो सुन के ज्ञान बाबा नानक का फिर सुन च आ गया भी ये केड़ा उपदेश है। सुन मुन नगरी पई देख पीर पया हैरान, तो जिहड़ा उत्थे दा पीर सी वो भी हैरान होया भी ये जिहड़ा ज्ञान फिर सानू देन आए ने। वेखे ध्यान लगाए कर एक फकीर बड़ा मस्ताना, उसने देखा कि कोई फकीर बैठा है, बड़ा मस्ताना है, जिहड़ा उसदे रंग दे विच मस्त होया है। पूछया फिर दस्तगीर ने, दस्तगीर कौन फकीर किसका घराना, भी कौन है फकीर, कित्थों आया है, कित्थों की करना आया है। नानक कल विच आया रब फकीर इको पहचाना। सो उन्हें दस्या जिहड़े उत्थे दे लोग सी जिन्हां ने ज्ञान ले लिया कि फकीर नानक है, ये वो फकीर है, इको एक फकीर ऐसा हुण फिर होया
जिन्हें रब नूं जान लिया है, रब नूं पहचान लिया है। नानक कल विच आया रब फकीर इको, भी रब नूं पहचान लिया जिन्हें, वो फकीर है, कोई आम फकीर नहीं है। धरत आकाश चौ दिश जाना, जिन्हें सारे पासे, चाहे धरती है आकाश है, सारे दिशावां दे विच जिसने रब नूं जान लिया है, भी वो ये फकीर है। सो इस तरीके नाल सारे पासे दिशावां दे विच गुरु नानक साहब जी 4 उदासियां वर्णन किया। फिर आके करतारपुर वसाया ते करतारपुर विच वसा के उत्थे उपदेश देना शुरू किया। उत्थे ही भाई लैणा जी आए, उन्हां नूं फिर उत्थे ही ये पदवी बख्शिश की। जाए कह ली कि उन्हां दे तन नूं प्रवान करके उन्हां द्वारा उपदेश देना शुरू किया। ते नाल सानू दस दिता कि करतारपुर किते तुसी स्थान नाल ना जुड़ जाओ, क्योंकि करतारपुर जिथे करता बसदा वो करतारपुर ही है। पर करतारपुर किथे है? जिथे संत बसणगे मेरे, उथे करता बसेगा, वही करतारपुर है। करतारपुर करता बसै संतन का पास। भाव तुसी संतां दा संग करोगे, तुसी करतारपुर दा ज्ञान ले लोगे ते करते दा ज्ञान। इस करके संतां द्वारा ज्ञान कहता। संत संग संत रसन बसइयो, कहते किथे बसदा है? संतां दी रसना ते, साधु दी रसना। सो जिहड़ा ज्ञान सारा आया है किस दा दिता होया है? वो सखाना। कोई भी धर्म ग्रंथ है किसी दा अपना नहीं है, उन्होंने सिर्फ इत्थे उपदेश दिता। पर कदों आउंदा ज्ञान? जदों सानू अपनी मत ना होवे, जदों अपनी मत छड्ड दईए, मूर्ख बन जाइए, फिर वो उपदेश आउंदा है। हुण जिहड़ा मूर्ख उपदेश नूं बयान करदा है वो लिख नहीं सकदा। लिखण वाला कौन हुंदा? कोई पढ़िया लिखिया। वो जिहो जिहा उपदेश आउंदा वो बयान करी जांदा, लिखण वाला लिखी जांदा है। इस करके लिखण वाले होर होए ने, उपदेश आउंदा सी जी गुरु नानक साहब जी नूं, वो बयान करदे सी, लोकां ने लिख लिया। बाद च गुरु साहब जी ने वो बाणी नूं एकत्र करवा के एक गुरु ग्रंथ साहब जी के रूप दे विच सानूं बख्शिश कर दिता। लेकिन अज आपां फिर वही पखंड कर रहे हाँ, क्योंकि मन नहीं रहे। जे मन लईए आप भी सुखी हो जाइए, सारियां नूं सुखी कर लिए, फिर साडे च बैर विरोध नहीं रहेगा कि फलाना दूजा है, ये हिंदू है, मुसलमान है, सिख है, ईसाई है। क्योंकि ये कदों तक ने जब तक पेख नाल जुड़े हाँ। जिस दिन जोत नाल जुड़ गए फिर एक कोई है। हुण पक्खे लगे ने, कोई किसी कंपनी का पक्खा है, कोई किसी कंपनी का है। जिन्नी देर आप जुड़ांगे सानू फर्क लगेगा भी नहीं जी आ तो फलानी कंपनी का है। लेकिन कोई भी ला लईए, चलाउण वाली बिजली एक है। इहदा साडे सारे च जोत एक ही है। अगे जात ने नहीं जाना, अगे किसने जाना है? जोत ने। जानो जोत जात ना पूछो, आगा जात ना है। कहते जोत नूं जानो, जात ना देखो किसी, क्योंकि अगे जात ने नहीं जाना, अगे किसी ने जाना? जोत ने, नूर ने। इस करके आओ जो सानू दस्या समझाया किवें आपां उसनूं देखना है, किवें सारे पासे उसनूं जानना है, उस तो बिना होर नहीं जानना। ए नेत्रो मेरे हो हर तुम्हें जो तरी, हर बिना वरना देखो कोई, हर बिना वरना देखो कोई, नजरी हर निहाल हो। ये नजरां नाल ही निहाल होना है। किवें आपां देख सकते हाँ, किवें आपां कर सकते हाँ, वो सानू दस्या है कि किहड़ी पूजा करनी है, किहड़ी निवाज करनी है। तन करके तो सारा संसार करता है, मन करके कोई वेला करता है। उदों भी गुरु नानक साहब जी जदों मक्के कहा भी तुसी भी साडे नाल निवाज गुजारो, तो गुरु साहब जी कहा भी ठीक है, आओ निवाज करिए, गुजारिए। ते फिर की होया कि जदों उन्होंने नवाज गुजारी गुरु नानक साहब जी ने नहीं की थी, तो पूछा भी तुसी क्यों नहीं नवाज अदा की?
ਉਹ ਕਹਿੰਦੇ ਤੁਸੀਂ ਕਿਹੜਾ ਕੀਤੀ, ਤੁਹਾਡਾ ਵੀ ਤਾਂ ਮਨ ਦੌੜਿਆ ਫਿਰਦਾ ਸੀ ਬਾਹਰ, ਕਿਉਂਕਿ ਨਵਾਜ਼ ਕਿਸ ਨੇ ਅਦਾ ਕਰਨੀ ਸੀ, ਮਨ ਨੇ। ਜਦੋਂ ਮਨ ਨੇ ਨਵਾਜ਼ ਅਦਾ ਕਰੇਗਾ ਫਿਰ ਅੱਲਾਹ ਤਾਲਾ, ਰਾਮ, ਵਾਹਿਗੁਰੂ, ਹਰੀ ਖੁਸ਼ ਹੁੰਦਾ ਹੈ। ਤਨ ਕਰਦਾ ਹੈ, ਤਨ ਸੰਸਾਰ ਤੱਕ ਹੈ, ਕਿਉਂਕਿ ਤਨ ਨੇ ਜਾਣਾ ਹੀ ਨਹੀਂ ਅੱਗੇ। ਤਨ ਇੱਥੇ ਦਫਨਾ ਦੇਣਾ ਕਿਸੇ ਨੇ ਸਾੜ ਦੇਣਾ, ਕਿਸੇ ਨੇ ਪਾਣੀ 'ਚ ਰੋੜ ਦੇਣਾ ਹੈ। ਜਿਸ ਨੇ ਜਾਣਾ ਹੈ, ਜਿਸ ਨੇ ਅੱਗੇ ਵਸਣਾ ਹੈ, ਜਿਸ ਨੂੰ ਜੰਨਤ ਪ੍ਰਾਪਤ ਹੋਣੀ ਹੈ, ਜਿਸ ਨੂੰ ਮੁਕਤੀ ਮਿਲਣੀ ਹੈ, ਉਹ ਹੈ ਮਨ ਜੋ ਵਿਛੜਿਆ ਹੈ। ਉਹ ਮਨ ਦਾ ਸਥਾਨ ਕੀ ਹੈ, ਸਾਡੇ ਨੇਤਰ। ਹੁਣ ਨੇਤਰ ਨੇ ਜਿਹੜੇ ਬਾਹਰ ਚੱਲਦੇ ਨੇ, ਤੇ ਸਾਨੂੰ ਮਸਜਿਦਾਂ, ਮੰਦਿਰਾਂ, ਗੁਰਦੁਆਰੇ ਬਣਾ ਕੇ ਅੰਦਰ ਕਿਉਂ ਦਿਖਾਇਆ ਹੈ ਕਿ ਸਾਡੇ ਹਿਰਦੇ ਦੇ ਵਿੱਚ ਅੰਦਰ ਜਾਣਾ ਹੈ, ਬਾਹਰ ਨਹੀਂ ਤੁਸੀਂ ਦੇਖ ਸਕਦੇ। ਕੋਈ ਵੀ ਕਰਦੇ ਅੰਦਰ ਜਾ ਕੇ ਨਵਾਜ਼ ਅਦਾ ਕਿਉਂ ਕਰਦੇ? ਏਦਾਂ ਹੀ ਮਨ ਵੀ ਜੇ ਬਾਹਰ ਨਿਵਾਜ਼ ਕਰੇਗਾ ਨਹੀਂ, ਅੰਦਰ ਜਾਣਾ ਹੈ। ਦੇਹੀ ਮਸਜਿਦ ਮਨ ਮੌਲਾਨਾ, ਮਨ ਨੇ ਨਿਵਾਜ਼ ਅਦਾ ਕਰਨੀ ਹੈ। ਤੇ ਸਾਡਾ ਜਿਹੜਾ ਸਰੀਰ ਹੈ, ਇਸ ਦੇ ਅੰਦਰ ਹੀ ਮਸਜਿਦ ਹੈ, ਜਿੱਥੇ ਅੱਲਾਹ ਵਸਦਾ ਹੈ, ਜਿਸ ਦੇ ਵਿੱਚ ਆਪਾਂ ਜਿਹਦੀ ਨਿਵਾਜ਼ ਅਦਾ ਕਰ ਸਕਦੇ ਹਾਂ, ਜਿਹਦੀ ਆਪਾਂ ਪੂਜਾ ਕਰ ਸਕਦੇ। ਪੂਜਾ ਵੀ ਹੋਈ ਹੈ, ਨਿਵਾਜ਼ ਵੀ ਹੈ। ਨੂੰ ਕਹਿੰਦੇ ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣਾ ਹਰਾ। ਉੱਥੇ ਜੋਤ ਜੋਤ 'ਚ ਮਿਲਾਉਣੀ ਹੈ, ਨੂਰ ਨੂਰ 'ਚ ਮਿਲਣਾ ਹੈ, ਆਪਾਂ ਉਹਦੇ 'ਚ ਮਿਲਣਾ ਹੈ, ਇੱਕ ਰੂਪ ਹੋਣਾ ਹੈ, ਪਾਕ ਹੋਣਾ ਹੈ, ਕਿਉਂਕਿ ਪਾਕ ਹੀ ਪਾਕ 'ਚ ਮਿਲ ਸਕਦਾ ਹੈ। ਜੇ ਮਨ ਮੈਲਾ ਹੈ, ਅੱਲਾਹ ਪਵਿੱਤਰ ਹੈ, ਮਨ ਮੈਲਾ ਹੈ, ਪਰਮੇਸ਼ਰ ਪਵਿੱਤਰ ਹੈ, ਤੇ ਇੱਕ ਕਿਵੇਂ ਆਪਾਂ ਅੱਡ ਲਵਾਂਗੇ, ਅੱਡ ਦਿਸੇਗੀ। ਇੱਕ ਸਾਫ਼ ਪਾਣੀ ਦੇ ਵਿੱਚ ਮੈਲੀ ਬੂੰਦ ਪਾ ਦਈਏ, ਸਾਫ਼ ਪਾਣੀ ਦੇ ਵਿੱਚ ਸਾਫ਼ ਪਾਣੀ ਪਾ ਦਈਏ, ਆਪਾਂ ਨੂੰ ਪਤਾ ਵੀ ਨਹੀਂ ਲੱਗੇਗਾ ਕਿਹੜਾ ਪਾਣੀ ਪਾਇਆ ਸੀ। ਇੱਦਾਂ ਹੀ ਸਾਡੀ ਜਦੋਂ ਜੋਤ ਨਿਰਮਲ ਹੋ ਜਾਏਗੀ, ਫਿਰ ਅਸੀਂ ਉਸ ਪਰਮੇਸ਼ਰ 'ਚ ਆਪਣੀ ਜੋਤ ਨੂੰ ਮਿਲਾਵਾਂਗੇ, ਫਿਰ ਸਾਡੇ ਉਹਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਉਹਦਾ ਆਪਾਂ ਖਤਮ ਹੋ ਜਾਂਦਾ, ਉਹ ਹੀ ਰਹਿ ਜਾਂਦਾ ਹੈ। ਅਸੀਂ ਆਪਾਂ ਖਤਮ ਹੋ ਜਾਂਦਾ। ਬੂੰਦ ਸਾਗਰ 'ਚ ਗਈ, ਬੂੰਦਾ ਸਾਗਰ ਫਿਰ ਦਿਸਦਾ ਹੈ, ਬੂੰਦ ਨਹੀਂ ਦਿਸਦੀ, ਕਿਉਂਕਿ ਬੂੰਦ ਸਾਗਰ ਸਮਾ ਗਈ, ਪਰ ਸਾਗਰ ਦਾ ਰੂਪ ਹੋ ਗਈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ ਕੀ ਸਮਾ ਗਿਆ, ਬੂੰਦ 'ਚ। ਏਦਾਂ ਹੀ ਸਾਡੀ ਜੋਤ ਉਹਦੇ 'ਚ ਮਿਲ ਗਈ, ਉਹ ਸਾਡੀ ਜੋਤ 'ਚ ਮਿਲ ਜਾਂਦਾ ਹੈ ਤੇ ਇੱਕੋ ਹੈ। ਸੁਆਵ ਕਰਨਾ ਕਿਵੇਂ ਹੈ? ਆਪਾਂ ਨੇ ਜਿਹੜੇ ਸਾਡੇ ਨੇਤਰ ਨੇ, ਦੋ ਦ੍ਰਿਸ਼ਟੀ ਹੈ, ਜਿਹੜੇ ਬਾਹਰ ਚੱਲਦੇ ਨੇ, ਇਹਨਾਂ ਨੂੰ ਰੋਕ ਕੇ ਕਿੱਥੇ ਲੈ ਕੇ ਜਾਣਾ? ਅੰਦਰ। ਅੰਦਰ ਮਸਜਿਦ ਦੇ ਵਿੱਚ, ਦਰਗਾਹ ਦੇ ਵਿੱਚ, ਮੰਦਰ ਦੇ ਵਿੱਚ, ਗੁਰਦੁਆਰੇ ਦੇ ਵਿੱਚ, ਜੋ ਸਾਡਾ ਪਰਮੇਸ਼ਰ ਵੱਲੋਂ ਬਣਾਇਆ, ਆਪਣੇ ਰਹਿਣ ਵਾਸਤੇ ਬਣਾਇਆ ਹੈ ਘਰ। ਹਰ ਮੰਦਰ ਇਹੋ ਸਰੀਰ ਹੈ। ਸਰੀਰ ਦੇ ਵਿੱਚ ਹੀ ਹਰੀ ਦਾ ਮੰਦਰ ਹੈ, ਪਰ ਉਹ 10ਵੇਂ ਦਵਾਰ 'ਚ। ਉਸ ਵਿੱਚ ਜਾਣ ਦਾ ਰਸਤਾ ਕੀ ਹੈ ਕਿ ਜਿੱਥੋਂ ਸਾਨੂੰ ਪਾਲ ਰਿਹਾ, ਸੰਭਾਲ ਰਿਹਾ, ਸਵਾਸ ਦੇ ਰਿਹਾ ਹੈ, ਉੱਥੇ ਜਾਣਾ ਹੈ। ਸਵਾਸ ਕਿੱਥੋਂ ਆਉਂਦਾ? ਮਨ ਕਿੱਥੇ? ਮਨ ਕਿੱਧਰ ਨੂੰ ਚੱਲਦਾ? ਬਾਹਰ ਚਲੇ ਜਾਂਦਾ ਹੈ। ਅੰਦਰ ਜਾਣ ਦਾ ਰਸਤਾ ਹੈ ਜਿੱਥੋਂ ਸਵਾਸ ਆਉਂਦਾ। ਇਸ ਕਰਕੇ ਮਨ ਨੇ ਪਹਿਲਾਂ ਨਿਭਣਾ ਹੈ। ਆਪਾਂ ਕੀ ਕਰਦੇ? ਮੱਥਾ ਟੇਕਦੇ, ਫਿਰ ਨਿਭਦੇ, ਫਿਰ ਉੱਠਦੇ। ਨਿਵਾਜ ਕਿਵੇਂ ਕਰਦੇ? ਪਹਿਲਾਂ ਨਿਭਦੇ, ਫਿਰ ਉੱਠਦੇ। ਹਰਿਮੰਦਰ ਸਾਹਿਬ ਜਾਈਏ, ਪੌੜੀਆਂ ਉਤਰਦੇ, ਫਿਰ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ਚੜ੍ਹਦੇ। ਜਦ ਉਤਰਾਂਗੇ ਹੀ ਨਹੀਂ, ਪਹੁੰਚ ਹੀ ਨਹੀਂ ਸਕਦੇ ਉੱਥੇ। ਪੌੜੀਆਂ ਉਤਰ ਕੇ ਹੀ, ਨੀਵਾਂ ਹੋ ਕੇ ਹੀ ਜਾਣਾ ਪਏਗਾ, ਫਿਰ ਉੱਚਾ ਕਰੇਗਾ। ਸੋ ਇਸ ਤਰੀਕੇ ਨਾਲ ਮਨ ਨੂੰ ਪਹਿਲਾਂ ਨੀਵਾਂ ਕਰਨਾ ਪਏਗਾ, ਦਰ ਤੇ ਜਾਣਾ ਪਏਗਾ। ਆਪਣੇ ਮਨ ਨੂੰ ਸਭ ਤੋਂ ਪਹਿਲਾਂ ਧਿਆਨ ਨੂੰ ਕਿੱਥੇ ਲਿਆਵਾਂਗੇ? ਇਸ ਪੁਆਇੰਟ ਤੇ। ਇੱਥੇ ਆ ਕੇ ਆਪਣੇ ਰੂਪ ਨੂੰ ਦੇਖਾਂਗੇ ਕਿ ਸਾਡਾ ਰੂਪ ਕਿਹੋ ਜਿਹਾ ਹੈ। ਇੱਥੇ ਧਿਆਨ ਲਾ ਕੇ ਆਪਾਂ ਦੇਖਣਾ ਹੈ ਕਿ ਸਾਨੂੰ ਨੱਕ ਨਜ਼ਰ ਆਉਂਦਾ, ਕਿਉਂਕਿ ਇਹ ਸਾਡਾ ਤਮਾਸ਼ਾ ਕਾਲ ਦਾ ਇੰਨਾ ਹੀ। ਇੱਥੋਂ ਹੀ ਫਲਾਣਾ, ਇੰਨੀ ਸ਼ਕਲ ਹੀ ਦੇਖਦੇ, ਇਹ ਫਲਾਣਾ ਹੈ, ਇਹ ਫਲਾਣਾ। ਇਸ ਤਮਾਸ਼ਾ ਕਾਲ ਦਾ ਸਾਰਾ ਸਿਧਾਂਤ ਦਾ। ਹੁਣ ਆਪਾਂ ਦੱਸਿਆ, ਜੋ ਇੱਥੇ ਆਪਾਂ ਧਿਆਨ ਲਾ ਕੇ ਦੇਖਣਾ ਕਿ ਸਾਨੂੰ ਆਪਣਾ ਰੂਪ ਕਿਹਾ ਜਾਂਦਾ। ਸਾਨੂੰ ਨੱਕ ਨਜ਼ਰ ਆਉਂਦਾ ਕਿ ਨਹੀਂ ਆਉਂਦਾ? ਜੇ ਦਿਸਦਾ ਹੈ, ਦੇਖਣਾ ਵੀ ਕਿਸ ਪਾਸੇ ਤੋਂ ਦਿਸਦਾ। ਸੱਜੇ ਦਿਸਦਾ, ਖੱਬੇ ਦਿਸਦਾ, ਜਾਂ ਵਿਚਾਲੇ। ਉਸ ਤੋਂ ਬਾਅਦ ਕੀ ਕਰਨਾ? ਉਸ ਤੋਂ ਬਾਅਦ ਫਿਰ ਮਾਂ ਜੀ ਨੂੰ
ਕਹਾਂਗਾ ਵੀ ਧਿਆਨ ਸਾਹਮਣੇ ਲਾਓ। ਇੱਥੋਂ ਆਪਾਂ ਕੀ ਕਰਨਾ, ਇੱਥੋਂ ਆਪਾਂ ਸਾਹਮਣੇ ਲਿਆਉਣਾ ਹੈ। ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲਿਆਓ। ਆਪਾਂ ਕੀ ਕਰਨਾ, ਆਪਣੀਆਂ ਪਲਕਾਂ ਉੱਤੇ ਚੁੱਕ, ਫਿਰ ਕਹਾਂਗਾ ਸਾਹਮਣੇ, ਫਿਰ ਸਾਹਮਣੇ ਦੇਖਣਾ ਹੈ, ਫਿਰ ਕਹਾਂਗਾ ਨੱਕ ਤੇ। ਹੁਣ ਉਹ ਜਦੋਂ ਆਪਾਂ ਉਸ ਦੀ ਸ਼ਰਨ ਜਾਵਾਂਗੇ ਜੋ ਸਾਡੇ ਅੰਦਰ ਵਸਦਾ ਹੈ, ਉਹ ਕੀ ਕਰ ਦੇਗਾ, ਉਹ ਫਿਰ ਸਾਨੂੰ ਉਹ ਨਵੇਂ ਰੂਪ 'ਚ ਪ੍ਰਗਟ ਕਰ ਦੇਗਾ ਜਿਸ ਰੂਪ 'ਚ ਸਾਨੂੰ ਪਹਿਲਾਂ ਪ੍ਰਗਟ ਕੀਤਾ ਸੀ, ਜੋਤ ਰੂਪ 'ਚ। ਫਿਰ ਆਪਣਾ ਮਨ ਨਿਰਮਲ ਹੋਏਗਾ, ਫਿਰ ਸਾਨੂੰ ਆਪਣਾ ਪਾਕ ਰੂਪ, ਨਿਰਮਲ ਰੂਪ ਸਾਨੂੰ ਨਜ਼ਰ ਆਏਗਾ, ਪਵਿੱਤਰ ਰੂਪ ਸਾਨੂੰ ਆਪਣਾ ਦਿਸਣਾ ਸ਼ੁਰੂ ਹੋਏਗਾ। ਫਿਰ ਆਪਾਂ ਉਹਦੀ ਬੰਦਗੀ ਕਰ ਸਕਦੇ ਹਾਂ। ਜਦ ਮਨ ਨਿਰਮਲ ਹੋ ਗਿਆ, ਫਿਰ ਆਪਾਂ ਭਗਤੀ ਕਰਾਂਗੇ, ਉਹ ਅਭਿਆਸ ਨੂੰ ਕਰਾਂਗੇ, ਮਨ ਨਿਰਮਲ ਹੋਏਗਾ, ਫਿਰ ਬੰਦਗੀ ਕਰਨਾ। ਆਪਾਂ ਗੁਰਦੁਆਰੇ ਜਾਂਦੇ, ਨਹਾ ਕੇ ਜਾਂਦੇ, ਸਾਫ ਕੱਪੜੇ ਪਾ ਕੇ ਜਾਂਦੇ। ਇੱਦਾਂ ਹੀ ਜਦੋਂ ਇੱਥੇ ਭਗਤੀ ਕਰਨੀ, ਇੱਥੇ ਮਨ ਨੂੰ ਮਾਲਕ ਉਹ ਕੱਪੜਾ ਪਹਿਨਾ ਦਿੰਦਾ ਜਿਹੜਾ ਕੱਪੜਾ ਕਦੇ ਮੈਲਾ, ਉਹ ਕਹਿੰਦੇ ਨਾਮ ਰੂਪੀ ਕੱਪੜਾ, ਪ੍ਰਕਾਸ਼ ਰੂਪੀ ਕੱਪੜਾ। ਭਗਤਾਂ ਕਾ ਪਹਿਨਣ ਹਰ, भगता का भोजन हर नाम निरंजन पहनन भगत, हर नाम हमारा पहनन जित फिर नंगे ना। फिर आ रूप नहीं सानू अपना दिसेगा, क्योंकि ये उत्ते कपड़ा पा देगा मालक, केड़ा प्रकाश रूप। फिर सानू अपना प्रकाश रूप ही नजर आएगा, जिसनू कदे मैल नहीं लगती। आओ करिए, आओ अपने ध्यान नू रख के ला के देखिए, दृष्टि सम करिए। ये देखिए पहला तो कि नक दिसदा कि नहीं दिसदा, क्योंकि जिन्नी देर दो दृष्टि च नक दिसेगा, इहनूं कहंदे अस्थूल रूप दिसदा साडा। ये अस्थूल रूप है, ये नासवान रूप है। सामने लेके आइए, ध्यान सामने देखिए। मस्तक के सामने देखना है। पलकों फिर सामने लेके आई, सामने देखिए। फिर नक ते सम करके देखिए। नक ते सम करके सब तो पहला आपे देखना होता है कि नक जिसनों हट। जदों एक जोत हो जाएंगे, नक नहीं दिसेगा, जो दिसेगा हल्का जा लेफ्ट खब्बे पासे, बिल्कुल हल्की जी परेशानी जी पहला नजर आती सानू। जदों आपां फिर इशनान करांगे मन का, फिर निर्मल हो जाएगी, फिर सानू बिल्कुल जोत रूप दे विच नजर आएगा, प्रकाश रूप दे विच नजर आएगा, क्योंकि जोत इत्थे ही है। जितों श्वास आउंदा उत्तों जोत आउंदी साडे शरीर च। नीचे ले जाइए ध्यान,
नीचे जो थले चादर विछी है, इस चादर तो आप ऊपर देखांगे, इत्थे सानू एक प्रकाश अनुभव होना शुरू हो जाएगा। जिवें सरोवर च लहरां हुंदियां ने जलदियां, इदां ही इत्थे प्रकाश की हलचल दिसनी शुरू हो जाएगी। नीचे ही आप ध्यान करना है, चाहे चादर ते बैठा के कर लो, खेतों च होंगे, किते काम करते होंगे, किते डले होणगे, रोड़ा होणगे, बस मन नूं थले ध्यान लगाना है। फर्श ते लगा लो, कपड़ा विछे उस तो इत्थे ही सानू अनुभव होना शुरू हो जाता है। ये नीचे लोन करन दी करना है पहला। फिर नक ते सम करके देखिए। नक ते जदों लाउंदे हाँ, अपने आप नूं ही देखण वास्ते लाउंदे हाँ, अपने ही रूप नूं देखना होता है, आपे नूं ही पहचानना है। फिर नीचे ले जाइए ध्यान। फिर सम करके देखिए अपने आप को, फिर नक ते ध्यान लगा के अपने देखिए।
खालसा वाहिगुरू जी की फतेह। सो इस तरीके ने जिहड़ी परमेश्वर की पूजा है ये मन का निभना ही है। अपने मन नूं सब तो पहला परमेश्वर के चरणों च, क्योंकि परमेश्वर के चरण कितों शुरू होंगे? इस धरती तो आसमान तक एक रूप दे विच ही है। जिमी जमान के वेखै समस्त एक जोत है, न काट है न बाढ़ है, न काट बाढ़ होता है। सो इस तरीके दे नाल महाराज गुरबाणी दसदे ने कि ये जदों असीं ज्ञान द्वारा फिर ध्यान लैके सम करके रखते हाँ, फिर परमेश्वर ये सानू दात बख्शिश करता है। ज्ञान ध्यान ले सम कर रहे, गुरमुख एक बिरला को रहे। जिसनू दे कृपा ते सुख पाए, गुरु द्वारा आख सुनाए। उगबै सूर असुर संघारै, ऊंचो देख शब्द विचार है। शब्द की विचार कदों होंदी? उच्चा देख के, उच्चा जब साडे मस्तक के सामने प्रगट हो जाता है, उसनों देख देख के शब्द की विचार है। ऊपर आद अंत ते लोए, आपे करै कथा सुने सोए। फिर आप ही कथा करता है, आप ही सुनता है, आप कथा आप सुन, क्योंकि सारे च भी आप है। लेकिन ज्ञान अपना देने वास्ते एक द्वारा ज्ञान दौंदा, दूजे च बैठ के आप ही सुनते। दूजा तो है ही कोई नहीं, क्योंकि सानू असी परम च हाँ। जो परम तोड़न वास्ते आप ही सानू अपना ज्ञान जराउण वास्ते आप ही विच वसदा है। आप कथा ये समझाते कहते ऊंचो देख शब्द विचार है, उपराध अंत लोए, आपे करे कथा सुने सोए। ओ विदाता मन, ओ विदाता मन मुख सोए, प्रभ जग जीवन मन ते मुख। एक मन मुख हुंदा शब्द कथा, उन मन मुख कहते अपनी मन। इत्थे है मन ते मुख तो, भी मन मुख तो फिर वो ज्ञान देता है। वो आप ही प्रभ जग जीवन अवर ना होए, नानक नाम रते सुख होए। सो इस तरीके की सानू गुरबाणी समझाया है। सारियां वास्ते गुरबाणी है, किसी दी नहीं है। बड़ा पाप किया कि असी अपनी समझी बैठे 4 वरना तो साडा खत्री ब्राह्मण सूद वैस, ये 4 वर्ण ने। परमेश्वर इको ही है, 4 वर्ण सारिਆਂ ਦੇ ਨੇ, कोई ये नहीं भी एक दे, क्योंकि पैर भी सब दे ने ते उस तो उपला गुदा दा हिस्सा है सारा, वो भी सारिਆਂ ਦਾ जिथों संसार दी उत्पत्ति हुंदी, जिथे आपां भोजन खा के पचाउंदे हाँ सारा कुछ। फिर बाहां ने, ये भी सब दियां ने, ऊपर अखां भी सब दियां ने, कन्न भी ने, सब कुछ है। सब कुछ वही है। एक है नैन, एक है बान, एक है दै, एक है कान। खाक बाद आतिश और आब को मिलाओ है। कहते वही पौन पानी अगन ते मिट्टी तत् जोत सारा मिलाया होया है। अल्लाह अपेक सोई, कुरान और कुरान होई, एक ही स्वरूप सब है, एक ही बनाओ है। सारा का एको ही स्वरूप है, एक दे बनाए हुए हैं। बस आपा परम च पे परम तोड़ना वास्ते सानू ज्ञान देता है कि नहीं, नफरत नहीं खत्म हो सकती। नफरत कौन है? नफरत कोई जीना कोई नहीं चाहता, पर कुछ लीडर ने जिहड़े सानू लोग लड़ाउंदे नफरत पा के रखते हैं। आप सुखी नहीं हो सकते। इस करके सुख लैण वास्ते परमेश्वर की बंदगी बहुत जरूरी है। सो आओ इन्नी क विचार करते हैं। बहुत सारिया भुलां हो जांदियां हन। आप संगत सतगुरु जी बख्शण योग हो, बख्श लेना जी। वाहिगुरू जी का खालसा, वाहिगुरू जी की फतेह। बोले सो निहाल।